हाँ जी गाइज़, ਇਹ ਵੀਡੀਓ ਜਿਹੜੀ ਹੈਗੀ ਹੈ ਕਾਫੀ ਵੱਖਰੀ ਹੋਣ ਵਾਲੀ ਹੈ ਤੇ ਮੈਂ ਟਰਾਈ ਕਰੂੰਗਾ ਕਿ ਮੈਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਬਣਾਵਾਂ ਤੇ ਇਹ ਹੈਗਾ ਲੌਂਗ ਫਾਰਮ ਕੰਟੈਂਟ। ਬੇਸਿਕਲੀ ਆਪਾਂ ਆਈਡੀਆਜ਼ ਨੂੰ ਐਕਸਪਲੋਰ ਕਰਾਂਗੇ ਚੰਗੀ ਤਰ੍ਹਾਂ, ਜੋ ਉਹਦੇ ਮੀਨਿੰਗ ਨਿਕਲਦੇ ਨੇ ਇੰਗਲਿਸ਼ ਟੂ ਪੰਜਾਬੀ ਬੇਸਿਕਲੀ, ਠੀਕ ਹੈ। ਜੋ ਮੈਨੂੰ ਸਮਝ ਆਉਂਦੀ ਹੈ, ਜੋ ਆਈਡੀਆ ਜਿੱਦਾਂ ਮੈਂ ਉਹਨੂੰ ਦੇਖਦਾ ਹਾਂ, ਜਿਵੇਂ ਮੈਂ ਪਰਸੀਵ ਕਰਦਾ, ਉਸ ਤਰੀਕੇ ਨਾਲ ਆਪਾਂ ਐਕਸਪਲੇਨ ਕਰਾਂਗੇ। ਤੇ ਫਿਲੋਸੋਫੀ ਹੋ ਗਈ, ਸਾਈਕੋਲੋਜੀ ਹੋ ਗਈ, ਤੇ ਹੋਰ ਵੀ ਕਾਫੀ ਅੱਗੋਂ ਸਬਜੈਕਟ ਆਉਣਗੇ ਜੋ ਆਪਾਂ ਟੱਚ ਕਰਾਂਗੇ ਤੇ ਜਿਹਦੇ ਵਿੱਚ ਆਪਾਂ ਡੀਪਲੀ ਚੈੱਕ ਕਰਾਂਗੇ, ਉਹਨੂੰ ਐਨਾਲਾਈਜ਼ ਕਰਾਂਗੇ। ਸੋ ਯਾਰ ਬੇਸਿਕਲੀ ਇਸ ਵੀਡੀਓ ਦੇ ਵਿੱਚ ਆਪਾਂ ਡੀਪਲੀ ਗੱਲ ਕਰਾਂਗੇ ਫਿਲੋਸੋਫੀ, ਜੋ ਕਿ ਸਟੋਇਕ ਫਿਲੋਸਫੀ ਹੈ, ਠੀਕ ਹੈ। ਤੁਹਾਨੂੰ ਹੌਲੀ ਹੌਲੀ ਸਮਝ ਆ ਜੂਗੀ ਮੈਂ ਕੀ ਕਹਿਣਾ ਚਾਹ ਰਿਹਾ, ਬਿਕੋਜ਼ ਮੈਂ ਇੱਕ ਦੋ ਸੈਂਟੈਂਸ ਦੇ ਵਿੱਚ ਜਦੋਂ ਮੈਂ ਗੱਲ ਕਰੂੰਗਾ ਤਾਂ ਉਹ ਸ਼ਾਇਦ ਤੁਹਾਡੇ ਵੱਲ ਮੈਸੇਜ ਪੂਰਾ ਕਨਵੇ ਨਾ ਹੋਵੇ, ਮੇਰੀ ਗਲਤੀ ਹੋ ਸਕਦੀ ਹੈ, ਠੀਕ ਹੈ। ਬਟ ਜਦੋਂ ਆਪਾਂ ਨਾਲ ਨਾਲ ਚੀਜ਼ ਨੂੰ ਫੋਲੋ ਕਰੀ ਜਾਵਾਂਗੇ ਨਾ, ਤੁਸੀਂ ਧਿਆਨ ਨਾਲ ਸੁਣੋਗੇ, ਤੁਹਾਨੂੰ ਪ੍ਰੋਪਰਲੀ ਕਲੀਅਰ ਹੋ ਜਾਊਗਾ ਕਿ ਆਪਾਂ ਕਿਹੜੇ ਰਸਤੇ ਤੇ ਤੁਰ ਰਹੇ ਹਾਂ ਤੇ ਆਪਾਂ ਕਰ ਕੀ ਰਹੇ ਹਾਂ ਐਕਚੁਅਲੀ, ਠੀਕ ਹੈ। ਸੋ ਦਿਸ ਇਜ਼ ਮੋਰ ਲਾਈਕ ਅ ਡੀਪ ਡਾਈਵ। ਆਪਾਂ ਨੂੰ ਵਿੱਚ ਛਾਲ ਮਾਰਨੀ ਪੈਣੀ ਹੈ ਤੇ ਦੇਖਣਾ ਪੈਣਾ ਵੀ ਇਸ ਵੀਡੀਓ 'ਚ ਹੋ ਕੀ ਰਿਹਾ, ਠੀਕ ਹੈ। ਸੋ ਇਹ ਜਿਹੜੀ ਮੈਂ ਵੈਬਸਾਈਟ ਓਪਨ ਕੀਤੀ ਹੈ ਨਾ, ਇਹ ਵੈਬਸਾਈਟ ਹੈਗੀ ਆ archive.org, ਠੀਕ ਹੈ। ਇਹ ਫ੍ਰੀ ਪਲੇਟਫਾਰਮ ਹੈ, ਇਹਦੇ 'ਚ ਕਾफ़ੀ ਚੀਜ਼ਾਂ ਫ੍ਰੀ ਨੇ, ਕੁਝ ਚੀਜ਼ਾਂ ਪੇਡ ਵੀ ਹੁੰਦੀਆਂ, ਪਰ ਆਪਣੇ ਕੋਲੇ ਫ੍ਰੀ ਇਹਦਾ ਐਕਸੈਸ ਹੈਗਾ, ਕੋਈ ਵੀ ਓਪਨ ਕਰ ਸਕਦਾ। ਉੱਪਰ ਆਪਾਂ ਇਹ ਦਿੱਤਾ ਹੋਇਆ ਜਿਹੜਾ ਤੁਹਾਡਾ ਲਿੰਕ ਹੈਗਾ, ਠੀਕ ਹੈ, ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਪਾ ਦੂੰਗਾ। ਸੋ ਬੇਸਿਕਲੀ ਆਪਾਂ ਸੈਨੇਕਾ ਦੇ ਉੱਤੇ ਕਰ ਰਹੇ ਹਾਂ ਫਿਲੋਸਫੀ, ਉਹਦੀ ਚੈੱਕ ਕਰ ਰਹੇ ਹਾਂ, ਜੋ ਕਿ ਸਟੋਇਕ ਫਿਲੋਸਫੀ ਹੈ, ਠੀਕ ਹੈ, ਜਿਹਦਾ ਮੈਂ ਬਹੁਤ ਵੱਡਾ ਫੈਨ ਹਾਂ, ਮੈਨੂੰ ਪਸੰਦ ਹੈ। ਐਂਡ ਆਈ ਕਮ ਬੈਕ ਟੂ ਦਿਸ ਟੋਪਿਕ ਅਗੇਨ ਐਂਡ ਅਗੇਨ, ਠੀਕ ਹੈ। ਮੈਂ ਪਰਸਨਲ ਲਾਈਫ ਦੇ ਵਿੱਚ ਮੈਂ ਇਹਨੂੰ ਕਾਫੀ ਰੀਡ ਕਰਦਾ, ਸੋ ਮੈਨੂੰ ਲੱਗਿਆ ਯਾਰ ਇਹਦੇ ਤੇ ਲੌਂਗ ਫਾਰਮ ਕੰਟੈਂਟ ਬਣਾਉਂਦੇ ਹਾਂ ਤੇ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਇਹ ਜਿਹੜੀ ਲੈਟਰ ਹੈਗੀ ਹੈ, ਇਹਦਾ ਨਾਂ ਹੈਗਾ ਲੈਟਰਜ਼ ਔਨ ਐਥਿਕਸ, ਠੀਕ ਹੈ। ਇਹ ਵੱਖਰੀ ਬੁੱਕ ਹੈ, ਇੱਕ ਕਾਫੀ ਵੋਲਿਊਮਸ ਬਣਾਏ ਹੋਏ ਨੇ ਇਹਨਾਂ ਨੇ। ਇਹ ਸ਼ਿਕਾਗੋ ਪ੍ਰੈਸ ਦੀ ਬੁੱਕ ਹੈ। ਸ਼ਿਕਾਗੋ ਪ੍ਰੈਸ ਦੀ ਜਿਹੜੀ ਟਰਾਂਸਲੇਸ਼ਨ ਆ ਉਹ ਕਾਫੀ ਵਧੀਆ ਆ। ਸੋ ਥੱਲੇ ਇਹਨਾਂ ਦੇ ਜਿਹੜੇ ਟਰਾਂਸਲੇਟਰ ਨੇ ਜਾਂ ਰਾਈਟਰ ਨੇ, ਉਹਨਾਂ ਦੇ ਨਾਂ ਲਿਖੇ ਹੋਏ ਆ, ਮਾਰਗਰੇਟ ਤੇ ਏ ਲੌਂਗ ਹੈਗਾ ਉਹਦਾ ਨਾਂ। ਸੋ ਤੁਸੀਂ ਈਜ਼ੀਲੀ ਓਪਨ ਕਰ ਸਕਦੇ ਹੋ, ਲੈਟਰਜ਼ ਔਨ ਐਥਿਕਸ ਬਾਏ ਸੈਨੇਕਾ। ਸੋ ਬੇਸਿਕਲੀ ਯਾਰ ਇਹ ਇੱਕ ਕਲੈਕਸ਼ਨ ਆਫ ਲੈਟਰਜ਼ ਹੈ। ਜਦੋਂ ਸੈਨੇਕਾ ਸੀਗਾ ਐਗਜ਼ਾਈਲ ਦੇ ਵਿੱਚ, ਸੈਨੇਕਾ ਨੂੰ ਕਾਲਾ ਪਾਣੀ ਦੀ ਸਜ਼ਾ ਦੇ ਦਿੱਤੀ ਗਈ ਸੀ ਤੇ ਕਿਸੇ ਰੀਜ਼ਨਸ ਕਰਕੇ ਉਹ ਇੱਕ, ਕਹਿੰਦੇ ਆ, ਮਤਲਬ ਸੋਰਸਿਸ ਕਹਿੰਦੇ ਨੇ ਕਿ ਉਹ ਝੂਠੀ ਪ੍ਰਕਾਰ ਦੀ ਉਹਦੇ ਉੱਤੇ ਕੌਨਸਪੀਰੇਸੀ ਬਣਾਤੀ ਸੀ, ਤਾਂ ਰਾਜੇ ਨੇ ਉਹਨੂੰ ਮਤਲਬ ਕੱਢਤਾ ਸੀਗਾ, ਉਹਨੂੰ ਕਾਲਾ ਪਾਣੀ ਦੀ ਸਜ਼ਾ ਦੇਤੀ ਸੀ, ਠੀਕ ਹੈ। ਉੱਤੇ ਝੂਠੇ ਇਲਜ਼ਾਮ ਲੱਗੇ ਸੀਗੇ। ਇਹ ਹੋਇਆ ਉਦੋਂ ਸੀ ਜਦੋਂ ਸੈਨੇਕਾ ਦਾ ਜਿਹੜਾ ਕਰੀਅਰ ਸਟਾਰਟ ਹੋਣ ਵਾਲਾ ਸੀ, ਠੀਕ ਹੈ। ਇਮੈਜਿਨ ਕਰੋ ਤੁਹਾਡੀ ਨਵੀਂ ਜੌਬ ਲੱਗੀ ਹੋਵੇ ਤੇ ਜੌਬ ਸਟਾਰਟ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਕਾਲਾ ਪਾਣੀ ਦੀ ਸਜ਼ਾ ਦੇ ਦਿੱਤੀ ਜਾਵੇ, ਠੀਕ ਹੈ। ਉਹ ਇਸ ਤਰ੍ਹਾਂ ਦਾ ਕੁਝ ਹੋਇਆ ਸੀ ਸੈਨੇਕਾ ਨਾਲ, ਕਰੀਅਰ ਸਟਾਰਟ ਹੋਣ ਤੋਂ ਪਹਿਲਾਂ। ਸੋ ਯਾਰ ਕਾਫੀ ਲੋਕਾਂ ਲਈ ਬਹੁਤ ਹੀ ਟ੍ਰੈਜਿਕ ਚੀਜ਼ ਹੁੰਦੀ ਹੈ ਕਿ ਤੁਹਾਨੂੰ ਜੌਬ ਮਿਲਦੇ ਸਾਰੀ ਇੱਦਾਂ ਹੋ ਜੇ, ਹੈ ਨਾ, ਤੁਹਾਡਾ ਕਰੀਅਰ ਹੀ ਸਾਰਾ ਖਰਾਬ ਹੋ ਜੇ, ਸਾਰਾ ਕੁਝ ਸਾਈਡ ਟਰੈਕ ਹੋ ਜੇ। ਸੋ ਇੱਕ ਤਾਂ ਇਹ ਸੀਨ ਹੈ। ਦੂਜਾ ਸੀਨ ਇਹ ਹੈ ਕਿ ਸੈਨੇਕਾ ਜਿਹੜਾ ਸੀਗਾ ਇੱਕ ਵਧੀਆ ਪੋਲੀਟੀਸ਼ੀਅਨ ਸੀਗਾ, ਰੋਮਨ ਐਮਪਾਇਰ ਦੇ ਵਿੱਚ ਕਾਫੀ ਉਹਦਾ ਨਾਂ ਬਣਿਆ, ਤੇ ਹੋਰ ਵੀ ਕਾਫੀ ਚੀਜ਼ਾਂ ਮੂਵਿੰਗ ਪਾਰਟ ਹੈਗੇ ਆ, ਆਪਾਂ ਉਹਦੇ ਬਾਰੇ ਬਾਅਦ 'ਚ ਚਰਚਾ ਕਰਾਂਗੇ। ਬਟ ਰਾਈਟ ਨਾਓ ਮੈਂ ਚਾਹੁੰਦਾ ਕਿ ਆਪਾਂ ਸੈਨੇਕਾ ਦੀ ਕਿਸੇ ਲੈਟਰ ਦੇ ਵਿੱਚ ਜਾ ਕੇ ਦੇਖੀਏ ਕਿ ਉਹ ਕਹਿੰਦਾ ਕੀ ਹੈ, ਠੀਕ ਹੈ। ਇਟਸ ਅ ਕਲੈਕਸ਼ਨ ਆਫ ਲੈਟਰਸ ਬੇਸਿਕਲੀ, ਇਹ ਜਿਹੜੀ ਬੁੱਕ ਹੈ। ਤੇ ਆਪਾਂ ਚੈੱਕ ਆਊਟ ਕਰਦੇ ਹਾਂ, ਲੈਟਸ ਗੋ ਟੂ ਦ ਇੰਡੈਕਸ, ਠੀਕ ਹੈ। ਆਪਾਂ ਇੰਡੈਕਸ ਦੇ ਵਿੱਚ ਜਾ ਕੇ ਦੇਖਦੇ ਹਾਂ ਤੇ ਆਪਾਂ ਦੇਖਦੇ ਹਾਂ ਇਹ 'ਚ ਆਪਾਂ ਕੀ ਪੜ੍ਹਨਾ ਚਾਹੁੰਦੇ ਹਾਂ, ਬਿਕਾਜ਼ ਇਹਦੇ 'ਚ ਬਹੁਤ ਸਾਰੇ ਉਹਨੇ ਟਾਈਟਲਸ ਦਿੱਤੇ ਹੋਏ ਆ, ਹਰੇਕ ਟੌਪਿਕ 'ਤੇ ਉਹਨੇ ਬਹੁਤ ਚੀਜ਼ਾਂ ਲਿਖੀਆਂ ਹੋਈਆਂ ਨੇ ਸੈਨੇਕਾ ਨੇ। ਔਰ ਇੱਕ ਵਧੀਆ ਚੀਜ਼ ਇਹ ਹੈ, ਸੈਨੇਕਾ ਨੇ ਆਪਣੇ ਫਰੈਂਡ ਨੂੰ ਇਹ ਲੈਟਰਸ ਲਿਖੀਆਂ ਨੇ। ਇੱਕੋ ਇੱਕ ਫਰੈਂਡ ਹੈ ਉਹਦਾ ਜਿਹੜਾ ਲੂਸੀਲੀਅਸ, ਠੀਕ ਹੈ। ਲੂਸੀਲੀਅਸ ਦੇ ਨਾਂ 'ਤੇ ਉਹ ਲੈਟਰ ਲਿਖਦਾ, ਮਤਲਬ ਜੋ ਵੀ ਉਹਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਦੋਸਤ ਨਾਲ ਆਹ ਸ਼ੇਅਰ ਕਰਨਾ ਚਾਹੀਦਾ। ਬੇਸਿਕਲੀ ਇਟਸ ਲਾਈਕ ਅ ਵਟਸਐਪ ਕਨਵਰਸੇਸ਼ਨ, ਠੀਕ ਹੈ। 2000 ਸਾਲ ਪੁਰਾਣੀ ਵਟਸਐਪ ਕਨਵਰਸੇਸ਼ਨ ਹੈ, ਜਿੱਦਾਂ ਆਪਾਂ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਹਾਂ, ਠੀਕ ਹੈ। ਸੋ ਯਾਰ 2000 ਈਅਰਸ ਇਜ਼ ਅ ਲੋਟ ਆਫ ਟਾਈਮ, ਤੇ ਇਹ ਚੀਜ਼ਾਂ ਟਾਈਮ ਟੈਸਟਡ ਨੇ। ਇਹ ਚੀਜ਼ ਆਪਣੇ ਤੱਕ ਤਾਂ ਪਹੁੰਚੀ ਆ ਕਿਉਂਕਿ ਇਸ ਚੀਜ਼ ਦੇ ਅੰਦਰ ਕੰਟੈਂਟ ਹੈ, ਇਸ ਚੀਜ਼ ਦੇ ਅੰਦਰ ਕੋਈ ਸੋਲਿਡ ਚੀਜ਼ ਹੈਗੀ ਹੈ, ਸਮਥਿੰਗ ਮੀਟ, ਹੈ ਨਾ, ਇਹਦੇ ਵਿੱਚ ਕੁਝ ਹੈਗਾ ਸੋਲਿਡ, ਜੋ ਕਿ ਆਪਾਂ ਨੂੰ ਪੜ੍ਹਨ ਦੀ ਲੋੜ ਹੈਗੀ ਹੈ। ਆਈ ਐਮ ਪ੍ਰੀਟੀ ਸ਼ੋਰ। ਅਨਫੋਰਚੂਨੇਟਲੀ ਜਦੋਂ ਨਾ ਸਕੂਲ 'ਚ ਆਪਾਂ ਹੁੰਦੇ ਹਾਂ, ਖਾਸ ਕਰਕੇ ਆਪਾਂ ਇੰਡੀਆ ਦੇ ਬੱਚੇ, ਠੀਕ ਹੈ, ਆਪਾਂ ਨੂੰ ਇਹ ਚੀਜ਼ਾਂ ਦੀ ਜਿਹੜੀ ਵੈਲਿਊ ਹੈ ਉਹ ਸਮਝਾਈ ਨਹੀਂ ਜਾਂਦੀ। ਇਹਨਾਂ ਚੀਜ਼ਾਂ ਦਾ ਜਿਹੜਾ ਕਿੰਨਾ ਇੰਪੈਕਟ ਪੈ ਸਕਦਾ ਆਪਣੀ ਲਾਈਫ 'ਤੇ, ਇਹ ਸਮਝਾਇਆ ਨਹੀਂ ਜਾਂਦਾ। ਇਸ ਤਰ੍ਹਾਂ ਦਾ ਲਿਟਰੇਚਰ ਆਪਾਂ ਨੂੰ ਬਿਲਕੁਲ ਪ੍ਰਮੋਟ ਨਹੀਂ ਕੀਤਾ ਜਾਂਦਾ। ਆਪਾਂ ਨੂੰ ਸਿਰਫ ਇੱਦਾਂ ਕਿਹਾ ਜਾਂਦਾ ਕਿ ਯਾਰ ਜੌਬ ਕਰੋ, ਜੌਬ ਲੱਭ ਕੇ ਐਂਡ ਦੈਨ ਐਸ਼ ਕਰੋ। ਬਹੁਤ ਹੀ ਘਟੀਆ ਪ੍ਰਕਾਰ ਦਾ ਐਥਿਕ ਵੇਚਿਆ ਜਾਂਦਾ ਆਪਾਂ ਨੂੰ,
ਜਿਹਦੇ ਨਾਲ ਆਪਣਾ ਜਿਹੜਾ ਈਥੋਸ ਹੈ ਨਾ, ਈਥੋਸ ਮੀਨਸ ਜਿਹੜਾ ਆਪਣਾ ਐਟਮੋਸਫੀਅਰ ਹੈ, ਆਪਣਾ ਵੈਲਿਊ ਸਟਰਕਚਰ ਕੀ ਹੈ, ਉਹ ਸਾਰਾ ਇਹੀ ਹੈ ਕਿ ਬਸ ਲਾਈਕ ਕਿਸੇ ਵੀ ਪ੍ਰਕਾਰ ਨਾਲ ਤੁਹਾਨੂੰ ਕੰਫਰਟ ਮਿਲ ਜੇ, ਇੱਕ ਸਟੇਬਿਲਿਟੀ ਆ ਜੇ, ਐਂਡ ਦੈਨ ਤੁਸੀਂ ਕੁਛ ਵੀ ਨਾ ਕਰੋ, ਮਤਲਬ ਦਿਸ ਇਜ਼ ਹਾਊ ਯੂ ਸ਼ੁਡ ਐਗਜ਼ਿਸਟ, ਹੈ ਨਾ। ਇਹ ਤੁਹਾਨੂੰ ਸੋਸਾਇਟੀ ਦੱਸਦੀ ਹੈ। ਤੁਸੀਂ ਆਪ ਸੋਚ ਕੇ ਦੇਖੋ ਇਹ ਕਿੰਨਾ ਕੁ ਵਧੀਆ ਇੱਕ ਉਹ ਨੈਰੇਟਿਵ ਹੈਗਾ, ਕਿੰਨਾ ਕੁ ਵਧੀਆ ਇਹ ਆਈਡੀਆ ਆ ਕੋਈ, ਠੀਕ ਹੈ। ਸੋ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਬ੍ਰੇਕ ਡਾਊਨ ਕਰਾਂਗੇ, ਬਟ ਇਹਨੂੰ ਆਪਾਂ ਸਾਈਡ 'ਤੇ ਰੱਖਦੇ ਹਾਂ ਅਤੇ ਆਪਾਂ ਲੈਟਰਸ ਦੇ ਉੱਤੇ ਕੌਨਸਨਟਰੇਟ ਕਰਦੇ ਹਾਂ, ਠੀਕ ਹੈ। ਸੋ ਅੱਜ ਜਿਹੜੀ ਮੈਂ ਲੈਟਰ ਦੇਖਣਾ ਚਾਹੁੰਦਾ ਅਤੇ ਮੈਂ ਪੜ੍ਹਨਾ ਚਾਹੁੰਦਾ, ਦੈਟ ਇਜ਼ ਨੰਬਰ 13, ਜਿਹੜੀ ਇਹਦੀ ਲੈਟਰ ਨੰਬਰ 13 ਹੈ, ਐਂਗਜ਼ਾਈਟੀਜ਼ ਅਬਾਊਟ ਦ ਫਿਊਚਰ, ਠੀਕ ਹੈ। ਬੇਸਿਕਲੀ ਇਹਨੇ ਸੈਨੇਕਾ ਨੇ ਐਂਗਜ਼ਾਈਟੀਜ਼ ਬਾਰੇ ਲਿਖਿਆ ਹੋਊਗਾ ਉਹਦੇ ਵਿੱਚ, ਮਤਲਬ ਜੋ ਵੀ ਉਹਦੇ ਵਿਚਾਰ ਨੇ ਆਪਣੇ, ਠੀਕ ਹੈ। ਐਂਡ ਦੈਟਸ ਸਮਥਿੰਗ ਰੀਅਲ, ਠੀਕ ਹੈ। ਇਟਸ ਨਾਟ ਇਹਦੇ 'ਚ ਕੋਈ ਮੈਨੀਪੂਲੇਸ਼ਨ ਨਹੀਂ ਹੈਗੀ, ਇਹਦੇ 'ਚ ਕੋਈ ਐਂ ਨਹੀਂ ਹੈਗਾ ਵੀ ਕਿਸੇ ਹੋਰ ਨੇ ਆਪਦੇ ਸ਼ਬਦ ਵਾੜਤੇ ਅਤੇ ਆਪਦੇ ਆਈਡੀਆਜ਼ ਵਾੜਤੇ। ਦਿਸ ਇਜ਼ ਸੈਨੇਕਾ ਟਾਕਿੰਗ ਟੂ ਯੂ ਬੇਸਿਕਲੀ। ਸੋ ਆਪਾਂ ਚੱਲਦੇ ਹਾਂ, ਪੇਜ ਨੰਬਰ ਕੀ ਕਹਿ ਰਹੇ ਆ, 52, ਓਕੇ। ਮੈਨੂੰ 1 ਸੈਕਿੰਡ ਦਿਓ, 52 ਲੱਭੀ ਆਪਾਂ। ਇਹਦੇ 'ਚ ਮੈਨੂੰ ਲੱਗਦਾ ਟਾਈਪ ਨਹੀਂ ਕਰ ਸਕਦੇ, ਸੋ ਆਪਾਂ ਨੂੰ ਥੋੜ੍ਹਾ ਜਿਹਾ ਸਕਰੋਲ ਕਰਨਾ ਪੈਣਾ। ਅਤੇ ਆ ਜਾ ਬਈ। ਓਕੇ ਗਾइज, बुक नंबर 2, ਲੈਟਰ ਨੰਬਰ 13, ਠੀਕ ਹੈ। ਫਰੋਮ ਸੈਨੇਕਾ ਟੂ ਲੂਸੀਲੀਅਸ। ਲੂਸੀਲੀਅਸ ਨੂੰ ਉਹ ਲਿਖ ਰਿਹਾ, ਸੈਨੇਕਾ ਕਾਲਾ ਪਾਣੀ 'ਚ ਬੈਠ ਕੇ ਲੈਟਰ ਲਿਖ ਰਿਹਾ ਆਪਣੇ ਦੋਸਤ ਨੂੰ। ਸੈਨੇਕਾ ਦੇ ਆਪਣੇ ਵਿਚਾਰ ਨੇ, ਵੀ ਡੋਂਟ ਨੋ, ਕੋਈ ਬੰਦਾ ਜਦੋਂ ਜੇਲ੍ਹ 'ਚ ਬੈਠਾ ਜਾਂ ਕਿਤੇ ਸੋਲੀਟਰੀ ਕਨਫਾਈਨਮੈਂਟ 'ਚ ਬੈਠਾ ਜਾਂ ਕਾਲਾ ਪਾਣੀ 'ਚ ਬੈਠਾ, ਬੰਦੇ ਦੇ ਵਿਚਾਰ ਬਹੁਤ ਡਿਫਰੈਂਟ ਹੁੰਦੇ ਆ। ਇਟਸ ਅ ਡਿਫਰੈਂਟ ਪਰਸਨ ਬੇਸਿਕਲੀ, ਹੈ ਨਾ। ਡਾਰਕ ਥਾਟਸ ਹੁੰਦੇ ਆ ਤੁਹਾਡੇ, ਸੋ ਯੂ ਹੈਵ ਟੂ ਕੀਪ ਦੈਟ ਇਨ ਮਾਈਂਡ, ਹੈ ਨਾ। ਅਤੇ ਆਪਾਂ ਨਾਲ ਪੜ੍ਹਦੇ ਹਾਂ। ਆਲ ਟਰਾਈ ਟੂ ਟਰਾਂਸਲੇਟ ਐਵਰੀਥਿੰਗ ਇਨ ਪੰਜਾਬੀ, ਆਪਾਂ ਕੀ ਜੋ ਕਹਿ ਰਿਹਾ ਹੈਗਾ। ਅਤੇ ਇਸ ਇੰਗਲਿਸ਼ ਦੀ ਟਰਾਂਸਲੇਸ਼ਨ ਜਾਂ ਜੋ ਵੀ ਹੈ, ਮੈਂ ਐਕਸੈਂਟ ਨਹੀਂ ਉਹ ਮਾਰਨਾ ਹੈਗਾ, ਕਿਉਂਕਿ ਜਦੋਂ ਮੈਂ ਇੰਗਲਿਸ਼ ਪੜ੍ਹਦਾ ਹਾਂ ਮੇਰੇ ਮਾਈਂਡ ਦੇ ਵਿੱਚ ਨਾਰਥ ਅਮੈਰੀਕਨ ਐਕਸੈਂਟ ਚਲਾ ਜਾਂਦਾ, ਠੀਕ ਹੈ। ਦੈਟ ਇਜ਼ ਅ ਇੰਡੀਅਨ ਐਕਸੈਂਟ ਬੇਸਿਕਲੀ। ਸੋ ਦੇਸੀ ਜੀ ਇੰਗਲਿਸ਼ ਬੋਲਾਂਗੇ ਆਪਾਂ, ਅਤੇ ਦੇਸੀ ਜੀ ਹੀ ਆਪਾਂ ਟਰਾਂਸਲੇਸ਼ਨ ਕਰਾਂਗੇ। ਸੋ ਸਟਾਰਟ ਕਰਦੇ ਆ ਯਾਰ। ਕਹਿੰਦਾ, ਯੂ ਹੈਵ ਪਲੈਂਟੀ ਆਫ ਸਪਿਰਿਟ, ਆਈ ਨੋ, even before you began to equip yourself with the teachings that bring health and conquer, you felt that you were doing quite well against fortune and ਓਕੇ। ਸੈਨੇਕਾ ਬੇਸਿਕਲੀ ਸਟਾਰਟ ਕਰ ਰਿਹਾ, ਇੰਟਰੋਡਿਊਸ ਕਰ ਰਿਹਾ, ਕਹਿੰਦਾ ਕਿ ਯਾਰ ਮਤਲਬ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਆਪਾਂ ਬਹੁਤ ਸਟੇਬਲ ਹਾਂ, ਆਪਾਂ ਨੂੰ ਲੱਗਦਾ ਕਿ ਆਪਾਂ ਫਿਊਚਰ ਦੇ ਵਿੱਚ ਜੋ ਵੀ ਹੋ ਰਿਹਾ, ਆਪਣੀ ਇਨਕਮ ਵਧੀਆ ਆ, ਆਪਾਂ ਜੋਬ ਕਰ ਰਹੇ ਹਾਂ, ਆਪਣੀ ਹੈਲਥ ਠੀਕ ਹੈ, ਅਤੇ ਆਪਾਂ ਨੂੰ ਲੱਗਦਾ ਯਾਰ ਲਾਈਫ ਇਜ਼ ਗੁੱਡ, ਅਤੇ ਹੁਣ ਆਪਾਂ ਸੈਟਲ ਡਾਊਨ ਆ, ਕੋਈ ਵੀ ਸਾਨੂੰ ਰੋਕ ਨਹੀਂ ਸਕਦਾ, ਅਤੇ ਕੋਈ ਨਹੀਂ ਸਾਡੀ ਬਾਂਹ ਕੋਈ ਨਹੀਂ, ਮਤਲਬ ਸਾਡਾ ਅੱਗੇ ਰਾਹ ਦੇ ਅੱਗੇ ਰੋੜਾ ਕੋਈ ਨਹੀਂ ਬਣ ਸਕਦਾ, ਠੀਕ ਹੈ। ਬਟ ਉਹ ਐਂ ਕਹਿੰਦਾ ਕਿ ਦੂਸਰੀ ਚੀਜ਼ ਇਹ ਆ ਜਾਂਦੀ ਹੈ ਕਿ ਜਦੋਂ ਤੁਹਾਡੇ ਉੱਤੇ ਡਿਫੀਕਲਟੀ ਆਉਂਦੀ ਹੈ ਨਾ, ਐਕਚੁਅਲੀ ਤੁਹਾਡੇ ਕਰੈਕਟਰ ਦਾ ਉਦੋਂ ਪਤਾ ਲੱਗਦਾ, ਠੀਕ ਹੈ। ਤੁਹਾਡੀ ਸਟਰੈਂਥ ਉਦੋਂ ਟੈਸਟ ਕੀਤੀ ਜਾਂਦੀ ਹੈ, ਅਤੇ ਜਿਹੜਾ ਤੁਹਾਡਾ ਮਾਈਂਡ ਹੈ ਉਦੋਂ ਹੀ ਆਪਣੇ ਆਪ ਨੂੰ ਪ੍ਰੂਵ ਕਰ ਸਕਦਾ ਕਿ ਉਹ ਕਾਹਦਾ ਬਣਿਆ, ਮਤਲਬ ਉਹ ਲੋਹੇ ਦਾ ਬਣਿਆ ਕਿ ਉਹ ਐਲੂਮੀਨੀਅਮ ਦਾ ਬਣਿਆ, ਠੀਕ ਹੈ। ਡਿਫੀਕਲਟੀ ਹੀ ਤੁਹਾਨੂੰ ਡਿਸਾਈਡ ਕਰੋਗੀ ਬੇਸਿਕਲੀ। ਸੋ ਉਹਦੀ ਸਟਾਰਟ ਕੀਤੀ ਉਹਨੇ ਲੈਟਰ। Fortune tests the spirit's mettle. A boxer who has never suffered beating cannot bring bold spirits to the match. It is the one who has seen blood, teeth, who has lost. Fortune tests the spirit's mettle, ਠੀਕ ਹੈ। ਬਹੁਤ ਸਿੰਪਲ ਹੈ, ਇਹਦੇ 'ਚ ਕੋਈ ਜ਼ਿਆਦਾ ਐਕਸਪਲੇਨੇਸ਼ਨ ਦੀ ਲੋੜ ਨਹੀਂ। ਉਹ ਐਂ ਕਹਿੰਦਾ ਕਿ ਜਿਹੜਾ ਕੋਈ ਬਾਕਸਰ ਹੈ, ਜਿਹੜਾ ਕਿਸੇ ਬਾਕਸਿੰਗ ਮੈਚ ਦੇ ਵਿੱਚ ਲੜਾਈ ਲੜ ਰਿਹਾ, ਜਦ ਤੱਕ ਉਹਦੇ ਬਲੱਡ ਨਹੀਂ ਨਿਕਲਿਆ, ਉਹਨੇ ਆਪਣਾ ਬਲੱਡ ਨਹੀਂ ਦੇਖਿਆ ਹੈਗਾ, ਜਦ ਤੱਕ ਉਹਨੇ ਆਪਦੇ ਦੰਦ ਟੁੱਟਦੇ ਹੋਏ ਨਹੀਂ ਦੇਖੇ, ਠੀਕ ਹੈ, ਉਦੋਂ ਤੱਕ ਉਹ ਬੰਦੇ ਨੇ ਆਪਦਾ ਲੋਹਾ ਨਹੀਂ ਪਛਾਣਿਆ ਹੈਗਾ ਵੀ ਉਹ ਕਾਹਦਾ ਬਣਿਆ, ਠੀਕ ਹੈ। ਹੀ ਇਜ਼ ਨਾਟ ਅ ਬਾਕਸਰ, ਹੀ ਇਜ਼ ਜਸਟ ਅ ਨੋਰਮਲ ਗਾਏ। ਯੂ ਹੈਵ ਟੂ ਲਾਈਕ, ਤੁਸੀਂ ਰਿੰਗ ਦੇ ਅੰਦਰ ਪੈਰ ਧਰੋਗੇ ਤਾਂ ਹੀ ਤੁਹਾਡੀ ਇੱਕ ਪਛਾਣ ਬਣੂਗੀ, ਨਹੀਂ ਤਾਂ ਘਰੇ ਬੈਠ ਕੇ, ਜਿੱਦਾਂ ਮੂਸੇ ਵਾਲੇ ਦਾ ਗਾਣਾ ਸੀਗਾ ਵੀ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਠੀਕ ਹੈ। ਘਰੇ ਬਹਿ ਕੇ ਗੱਲਾਂ ਮਾਰਨੀਆਂ ਬਹੁਤ ਈਜ਼ੀ ਹੁੰਦੀਆਂ ਨੇ, ਬਟ
ਯੂ ਹੈਵ ਟੂ ਪੁੱਟ ਯੋਰ ਸੈਲਫ ਆਊਟ ਦੇਅਰ। ਸੋ ਇੱਥੇ ਇਹਦਾ ਆਈਡੀਆ ਇਹ ਹੈ। Pursuing the analogy, just so has fortune often had the upper hand with you, and yet you have never surrendered. You have jumped up and stood still more boldly on your feet, for courage increases when it meets with a challenge. All the same, accept from me, if you will, some few words. Okay, ਉਹ ਐਂ ਕਹਿੰਦਾ ਵੀ ਮਤਲਬ ਸੇਮ ਥਿੰਗ ਹੈ, ਸੇਮ ਚੀਜ਼ ਥੋੜੀ ਜਿਹੀ ਰਿਪੀਟ ਹੋ ਰਹੀ ਹੈ ਕਿ ਮਤਲਬ ਬੋਲਡਲੀ ਐਂਟਰ ਕਰੋ ਚੀਜ਼ਾਂ ਦੇ ਵਿੱਚ, ਠੀਕ ਹੈ, ਤੇ ਸਰੈਂਡਰ ਨਾ ਕਰੋ। ਬਹੁਤ ਔਖਿਆਈਆਂ ਹੁੰਦੀਆਂ ਨੇ, ਬੋਲਡ ਰਹੋ, ਯੂ ਡੋਂਟ ਹੈਵ ਟੂ ਸਰੈਂਡਰ ਐਵਰੀ ਟਾਈਮ, ਤੇ ਚੈਲੰਜਿਸ ਲੈਂਦੇ ਜਾਓ, ਠੀਕ ਹੈ। ਈਜ਼ੀ ਲਾਈਫ ਨਾ ਭਾਲੋ, ਬੇਸਿਕਲੀ ਸਿੰਪਲ ਸਟੱਫ, ਇਟਸ ਨਥਿੰਗ ਕੰਪਲੀਕੇਟਡ। ਅੱਗੇ ਥੋੜ੍ਹਾ ਜਿਹਾ ਮਤਲਬ ਡੀਪ ਹੋ ਰਿਹਾ ਮੈਨੂੰ ਲੱਗਦਾ। ਉਹ ਐਂ ਕਹਿੰਦਾ ਕਿ ਮੋਰ ਥਿੰਗਸ ਫਰਾਈਟਨ ਅਸ ਲੂਸੀਲੀਅਸ ਦੈਨ ਰੀਅਲੀ ਅਫੈਕਟ ਅਸ, ਵੀ ਆਰ ਮੋਰ ਆਫਟਨ ਅਫਲਿਕਟਡ ਇਨ ਥੋਟ ਦੈਟ ਇਨ ਫੈਕਟ। ਬੇਸਿਕਲੀ ਉਹ ਇਹ ਕਹਿ ਰਿਹਾ ਕਿ ਆਪਣੇ ਮਾਈਂਡ ਦੇ ਅੰਦਰ ਨਾ ਐਂਗਜ਼ਾਈਟੀ ਬਹੁਤ ਹੁੰਦੀ ਹੈ। ਆਪਾਂ ਇਹ ਸੋਚਦੇ ਹਾਂ ਵੀ ਆਹ ਮਾੜਾ ਹੋ ਜਾਊਗਾ, ਆਹ ਨਾ ਹੋ ਜੇ, ਉਹ ਨਾ ਹੋ ਜੇ, ਪਰ ਕਹਿੰਦਾ ਜਿਹੜੇ ਆਪਣੇ ਥੋਟਸ ਨੇ ਨਾ, ਕੰਮ ਖਰਾਬ ਉਹ ਕਰਦੇ ਨੇ, ਜਿਹੜੀ ਐਕਚੁਅਲ ਚੀਜ਼ ਸਾਹਮਣੇ ਆ ਰਹੀ ਹੁੰਦੀ ਆ ਉਹ ਕੰਮ ਓਨਾ ਜ਼ਿਆਦਾ ਖਰਾਬ ਨਹੀਂ ਕਰਦੀ। ਆਪਾਂ ਜਿਹੜੀ ਟੈਨਸ਼ਨ ਲੈ ਜਾਂਦੇ ਹਾਂ, ਆਪਾਂ ਜਿਹੜੀ ਸਟਰੈਸ ਲੈ ਜਾਂਦੇ ਹਾਂ, ਉਹ ਆਪਣੇ ਬੋਡੀ ਅਤੇ ਮਾਈਂਡ ਦੇ ਉੱਤੇ ਅਸਰ ਜ਼ਿਆਦਾ ਪਾਉਂਦੀ ਆ। ਸੋ ਐਕਚੁਅਲ ਚੀਜ਼ ਦਾ ਇੰਨਾ ਜ਼ਿਆਦਾ ਇਫੈਕਟ ਮੀਨਿੰਗ ਨਹੀਂ ਪੈਂਦਾ ਹੈਗਾ। I mean this not in a stoic sense, but in a less exalted way. It is, of course, our doctrine that all those things that wring sighs and groans from people are minor matters and not worth thinking about. ਬਿਲਕੁਲ ਸਹੀ ਗੱਲ ਹੈ। ਸੈਨੇਕਾ ਕਹਿੰਦਾ ਕਿ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹਦੇ ਪਿੱਛੇ ਆਪਾਂ ਰੋਂਦੇ ਹਾਂ, ਆਪਾਂ ਟੈਨਸ਼ਨ ਲੈ ਜਾਂਦੇ ਹਾਂ, ਆਪਾਂ ਰੋਜ਼ ਨਾ ਮਤਲਬ ਕਿ ਲੋਕਾਂ ਨਾਲ ਕੰਪਲੇਂਟ ਕਰਦੇ ਫਿਰਦੇ ਹਾਂ ਕਿ ਸਰਕਾਰ ਨੇ ਆਹ ਕਰਤਾ, ਦਿਸ ਐਂਡ ਦੈਟ ਹੋ ਗਿਆ, ਹੈ ਨਾ। ਆਪਾਂ ਟੂ ਮੱਚ ਕੰਪਲੇਨਿੰਗ ਕਰਦੇ ਹਾਂ, ਐਂਡ ਉਸ ਚੀਜ਼ ਦਾ ਵੇਟ ਜੇ ਦੇਖੋਗੇ ਨਾ, ਮੈਂ ਕਈ ਵਾਰ ਐਂ ਸੋਚਦਾ ਹੁੰਦਾ ਵੀ ਵੇਟ ਇਨ ਦਾ ਸੈਂਸ, ਤੁਸੀਂ ਨਾ ਗ੍ਰਾਫ ਜ਼ੂਮ ਆਊਟ ਕਰ ਲਓ, ਤੁਸੀਂ ਆਪਦੀ ਲਾਈਫ ਦਾ ਗ੍ਰਾਫ ਜ਼ੂਮ ਆਊਟ ਕਰਕੇ ਦੇਖੋ ਕਿ ਜਦੋਂ ਮੈਂ 60 ਸਾਲ ਦਾ 70 ਸਾਲ ਦਾ ਹੋ ਜਾਊਂਗਾ, ਕੀ ਇਹ ਚੀਜ਼ ਮੈਟਰ ਕਰੂਗੀ ਜਾਂ ਨਹੀਂ, ਠੀਕ ਹੈ। ਕਈ ਵਾਰ ਤੁਹਾਨੂੰ ਉਹ ਪਰਸਪੈਕਟਿਵ ਯੂਜ਼ ਕਰਨਾ ਪੈਂਦਾ। ਪਹਿਲਾਂ ਮੈਂ ਨਹੀਂ ਸੀ ਕਰਦਾ, ਮੈਨੂੰ ਇੱਦਾਂ ਲੱਗਦਾ ਸੀ ਕਿ ਜੋ ਵੀ ਕੋਈ ਪ੍ਰੋਬਲਮ ਆ ਗਈ ਕਿ ਯਾਰ ਗੱਡੀ ਦੀ ਪਾਰਕਿੰਗ ਟਿਕਟ ਮਿਲ ਗਈ ਤਾਂ ਹੈ ਨਾ, ਟੈਨਸ਼ਨ ਲੈ ਲਈ ਕਿ ਯਾਰ ਪੈਸੇ ਖਰਾਬ ਹੋ ਗਏ, ਐਂ ਹੋ ਗਿਆ, ਜੋ ਹੋ ਗਿਆ। ਯੂ ਹੈਵ ਟੂ ਲੈਟ ਗੋ ਦੀਜ਼ ਥਿੰਗਸ। ਇਹ ਚੀਜ਼ਾਂ ਬਹੁਤ ਜ਼ਿਆਦਾ ਮਾਈਨਰ ਹੈ। ਆਪਾਂ ਵੱਡੇ ਮੈਟਰਸ 'ਤੇ ਇੰਨੀ ਜ਼ਿਆਦਾ ਕੈਲਕੂਲੇਸ਼ਨ ਨਹੀਂ ਲਾਉਂਦੇ, ਆਪਾਂ ਛੋਟਿਆਂ 'ਚ ਲਾਉਣ ਲੱਗ ਜਾਂਦੇ ਹਾਂ, ਜੋ ਕਿ ਗਲਤ ਚੀਜ਼ ਹੈ। ਵੱਡੀ ਚੀਜ਼ 'ਤੇ ਜ਼ਿਆਦਾ ਕੈਲਕੂਲੇਸ਼ਨ ਦੀ ਲੋੜ ਹੁੰਦੀ ਆ। ਸੋ ਵਧੀਆ ਪੁਆਇੰਟ ਹੈ ਸੈਨੇਕਾ ਦਾ, ਆਈ ਅਗਰੀ। ਬਟ ਲੈਟਸ ਸਕਿਪ ਦੋਜ਼ ਵਰਡਸ, ਲੈਟਸ ਸਕਿਪ ਦੋਜ਼ ਗ੍ਰੇਟ ਵਰਡਸ, ਆਲਦੋ ਬਾਈ ਆਲ ਗੋਡਸ ਦੇ ਆਰ ਟਰੂ। ਉਹ ਕਹਿੰਦਾ ਕਿ ਚਲੋ ਠੀਕ ਹੈ, ਜੋ ਵੀ ਮੈਂ ਕਹਿ ਰਿਹਾ ਇਹਨੂੰ ਆਪਾਂ ਸਾਈਡ 'ਤੇ ਰੱਖਦੇ ਹਾਂ, ਪਰ ਕਹਿੰਦਾ ਇਹ ਸੱਚਾਈ ਹੈ ਜੋ ਮੈਂ ਤੈਨੂੰ ਦੱਸ ਰਿਹਾ। ਕਹਿੰਦਾ ਮੈਂ ਹੈਵੀ ਵਰਡਸ ਨਹੀਂ ਯੂਜ਼ ਕਰੂੰਗਾ। My advice to you is rather don't be miserable before its time. ਜਦੋਂ ਤੱਕ ਸਟੋਇਕ ਫਿਲਾਸਫੀ ਇਹ ਕਹਿੰਦੀ ਹੈ ਕਿ ਜਦੋਂ ਤੱਕ ਯਾਰ ਲਾਈਕ ਮੌਤ ਨਹੀਂ ਨਾ ਆ ਜਾਂਦੀ, ਉਦੋਂ ਤੱਕ ਵੀ ਇੰਨੀ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ। ਆਈ ਥਿੰਕ ਇਹ ਆਈਡੀਆ ਆਪਣੀ ਸਿੱਖੀ 'ਚ ਵੀ ਹੈਗਾ, ਇਹ ਹਿੰਦੂਇਜ਼ਮ 'ਚ ਵੀ ਹੈਗਾ, ਬਹੁਤ ਸਾਰੇ ਧਰਮਾਂ ਦੇ ਵਿੱਚ ਇਹ ਆਈਡੀਆ ਹੈਗਾ ਵੀ ਟਰਬਲ ਨੇ ਤਾਂ ਆਉਣਾ ਹੀ ਆਉਣਾ ਹੈ। ਮਤਲਬ ਇਟ ਇਜ਼ ਅ ਗਿਵਨ, ਇਟ ਇਜ਼ ਅ ਡੀਫਾਲਟ। ਜੇ ਤੁਹਾਡਾ ਲੋਸ ਹੋ ਰਿਹਾ ਨਾ, ਮਤਲਬ ਜਾਂ ਤੁਸੀਂ ਸਕਸੈਸਫੁਲ ਨਹੀਂ ਹੋ ਰਹੇ, ਉਹ ਡੀਫਾਲਟ ਹੈ, ਉਹ ਬਾਈ ਡੀਫਾਲਟ ਹੈ। ਜਿਹੜੀ ਸਕਸੈਸ ਹੈ ਉਹ ਤੁਹਾਡੇ ਐਫਰਟ 'ਤੇ ਮੈਟਰ ਕਰਦੀ ਹੈ, ਅਤੇ ਥੋੜ੍ਹੀ ਬਹੁਤ ਵਿੱਚ ਲੱਕ ਵੀ ਹੁੰਦੀ ਹੈ। ਬਟ ਯੂ ਡੋਂਟ ਹੈਵ ਟੂ ਵਾਈਨ ਐਵਰੀ ਟਾਈਮ। ਹਰ ਵਾਰ ਰੋਣ ਦਾ ਫਾਇਦਾ ਨਹੀਂ ਹੁੰਦਾ, ਹਰ ਵਾਰ ਵਿਕਟਮ ਬਣਨ ਦਾ ਫਾਇਦਾ ਨਹੀਂ ਹੁੰਦਾ। ਵਿਕਟਮ ਬਣਨ ਦਾ ਮੈਂ ਬਹੁਤ ਖਿਲਾਫ ਹਾਂ। ਆਈ ਹੇਟ ਜਿਹੜੇ ਪੋਲੀਟੀਸ਼ੀਅਨਸ ਵਗੈਰਾ ਹੁੰਦੇ ਨੇ, ਤੁਹਾਨੂੰ ਵਿਕਟਮ ਬਣਾਉਂਦੇ ਆ ਨਾ ਆਲ ਦਾ ਟਾਈਮ, ਹਰੇਕ ਚੀਜ਼ ਦਾ ਵਾਸਤਾ ਪਾਉਂਦੇ ਆ, ਆਹ ਹੋ ਗਿਆ, ਉਹ ਹੋ ਗਿਆ, ਆਹ ਬੰਦਾ ਮਾੜਾ ਆ, ਭਗਵੰਤ ਮਾਨ ਮਾੜਾ ਆ, ਠੀਕ ਹੈ, ਹਰੇਕ ਨੂੰ ਗਾਲਾਂ ਕੱਢਦੇ ਰਹਿੰਦੇ ਨੇ, ਵਿਕਟਮ ਬਣਾਉਂਦੇ ਨੇ ਬੇਸਿਕਲੀ ਤੁਹਾਨੂੰ। ਆਈ ਹੇਟ ਦੋਜ਼ ਕਾਈਂਡ ਆਫ ਪੀਪਲ, ਠੀਕ ਹੈ। ਅਤੇ ਆਪਾਂ ਅੱਗੇ ਗੱਲ ਕਰਦੇ ਹਾਂ ਹੁਣ। Those things you fear as if they were impending may never happen, ਠੀਕ ਹੈ। Certainly they have not happened yet, obviously। ਉਹੀ ਗੱਲ ਹੈ, ਉਹ ਚੀਜ਼ਾਂ ਹਾਲੇ ਨਹੀਂ ਹੋਈਆਂ। ਯੂ ਆਰ ਜਸਟ ਥਿੰਕਿੰਗ ਐਂਡ ਥਿੰਕਿੰਗ ਐਂਡ ਥਿੰਕਿੰਗ। ਇਟ ਇਜ਼ ਲਾਈਕ ਅ ਲੂਪ ਜਿਹੜਾ ਤੁਹਾਡੇ ਮਾਈਂਡ 'ਚ ਚੱਲੀ ਜਾ ਰਿਹਾ। ਆਈ ਐਮ ਪ੍ਰੀਟੀ ਸ਼ੋਰ ਤੁਹਾਡੇ ਮਾਈਂਡ 'ਚ 90% ਨਾ ਇਹ ਲੂਪ ਚੱਲਦਾ ਰਹਿੰਦਾ, ਔਰ ਜਿਹੜੀ ਉਹ ਚੀਜ਼ ਹੈਗੀ ਆ ਉਹ ਕਦੇ ਵੀ ਹੈਪਨ ਨਹੀਂ ਹੁੰਦੀ। Some things then torment us more than they should, ਠੀਕ ਹੈ। Some sooner than they should, and some torment us that should not do at all.
ਬਿਲਕੁਲ ਸਹੀ ਹੈ, ਕਈ ਚੀਜ਼ਾਂ ਨੂੰ ਬਿਲਕੁਲ ਵੀ ਨਹੀਂ ਤੁਹਾਨੂੰ ਬੋਦਰ ਹੋਣਾ ਚਾਹੀਦਾ। ਇਟ ਇਜ਼ ਯੂਜ਼ਲੈਸ, ਇਟ ਇਜ਼ ਯੂਜ਼ਲੈਸ ਤੇ ਵੇਸਟਫੁਲ ਜਿਹੜਾ ਹੈਗਾ ਟਾਈਮ ਹੈ ਉਹ। ਜਾਂ ਤਾਂ ਕਹਿੰਦਾ ਤਿੰਨ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਆਪਾਂ ਆਪਣੀ ਪੇਨ ਵਧਾ ਲੈਂਦੇ ਹਾਂ ਇਹ ਸਭ ਕਰਕੇ, ਠੀਕ ਹੈ, ਜਾਂ ਆਪਾਂ ਉਹਨੂੰ ਥੋੜ੍ਹਾ ਜਿਹਾ ਰਿਜ਼ੋਲਵ ਕਰ ਲੈਂਦੇ ਹਾਂ ਕਿ ਹਾਂ ਚਲੋ ਆਪਣਾ ਮਨ ਸਮਝਾ ਲਿਆ, ਜਾਂ ਫਿਰ ਆਪਾਂ ਉਸ ਤੋਂ ਵੀ ਅਹੈਡ ਲੰਘ ਜਾਂਦੇ ਹਾਂ। ਆਪਾਂ ਟਰਬਲ ਉਹ ਛੋਟੀ ਹੁੰਦੀ ਆ, ਆਪਾਂ ਉਸ ਤੋਂ ਵੀ ਗਾਹਾਂ ਦੀ ਟਰਬਲ ਤੇ ਲੈ ਜਾਂਦੇ ਹਾਂ। ਜਿੱਦਾਂ ਅੱਜ ਕੱਲ੍ਹ ਕਾਫੀ ਲੋਕ ਕਹਿੰਦੇ ਆ ਨਾ ਕਿ ਲਾਈਕ ਧਰਤੀ ਤਬਾਹ ਹੋ ਰਹੀ ਹੈ, ਦਿਸ ਐਂਡ ਦੈਟ, ਠੀਕ ਹੈ, ਤੁਸੀਂ ਲਾਈਕ ਪਤਾ ਨਹੀਂ 100 ਕਦਮਾਂ ਤੋਂ ਅੱਗੇ ਚਲੇ ਗਏ। ਤੁਹਾਡੀ ਪ੍ਰੋਬਲਮ ਨਹੀਂ ਹੈਗੀ, ਇਟਸ ਲਾਈਕ ਬਾਹਰਲੀ ਸਪੇਸ 'ਚੋਂ ਐਸਟੀਰੋਇਡ ਆ ਕੇ ਤੇ ਧਰਤੀ ਨਾਲ ਟਕਰਾ ਰਿਹਾ, ਤੁਸੀਂ ਉਹ ਸੋਚ ਰਹੇ ਹੋ, ਠੀਕ ਹੈ। ਐਂਡ ਦੈਟ ਹੈਪਨਸ। ਜਿਹੜੇ ਲੋਕ ਐਂਗਸ਼ੀਅਸ ਹੁੰਦੇ ਨੇ ਨਾ, ਜਿਹੜੇ ਲੋਕਾਂ ਨੂੰ ਐਂਗਜ਼ਾਇਟੀ ਹੁੰਦੀ ਹੈ, ਉਹ ਇੱਦਾਂ ਦੀ ਉਹ ਹੁੰਦੀ ਹੈ, ਠੀਕ ਹੈ। ਲਾਈਕ ਤੁਹਾਡੇ ਐਗਜ਼ਾਮ 'ਚ ਨੰਬਰ ਘੱਟ ਗਏ ਐਂਡ ਬਸ ਉੱਥੋਂ ਤੁਹਾਡੀ ਐਂਗਜ਼ਾਇਟੀ ਸ਼ੁਰੂ ਹੋ ਗਈ, ਠੀਕ ਹੈ, ਕਿ ਨੰਬਰ ਘੱਟ ਗਏ, ਲੈ ਵੀ 60% ਰਹਿ ਗਏ, ਹੁਣ ਮੇਰੇ ਮਾਰਕਸ ਘੱਟ ਨੇ ਅਤੇ ਹੁਣ ਮੇਰੇ ਘਰ ਦੇ ਕਹਿਣਗੇ ਮੈਂ ਫੇਲੀਅਰ ਹਾਂ, ਮੈਨੂੰ ਜੋਬ 'ਤੇ ਕਿਸੇ ਨੇ ਰੱਖਣਾ ਨਹੀਂ ਕਿਉਂਕਿ ਮੈਂ ਫੇਲੀਅਰ ਹਾਂ, ਅਤੇ ਮੇਰੇ ਕੋਲ ਪੈਸੇ ਨਹੀਂ ਰਹਿਣੇ ਤਾਂ ਮੈਂ ਫੇਲੀਅਰ ਹਾਂ, ਮੈਂ ਗਰੀਬ ਹੋ ਜਾਊਂਗਾ, ਮੈਂ ਹੋਮਲੈਸ ਹੋ ਜਾਊਂਗਾ, ਐਂਡ ਦੈਨ ਮੇਰਾ ਕੋਈ ਪਾਰਟਨਰ ਨਹੀਂ ਬਣੂਗਾ ਕਿਉਂਕਿ ਮੈਂ ਫੇਲੀਅਰ ਹਾਂ। ਦੈਟ ਇਜ਼ ਐਂਗਜ਼ਾਇਟੀ ਬੇਸਿਕਲੀ। ਯੂ ਆਰ ਇਮੈਜਨਿੰਗ ਦ ਐਕਸਟ੍ਰੀਮ ਇਨ ਲਾਈਕ 5 ਮਿੰਟਾਂ 'ਚ ਹੀ ਤੁਸੀਂ ਸਾਰਾ ਐਕਸਟ੍ਰੀਮ ਇਮੈਜਨ ਕਰ ਲਿਆ। ਦਿਸ ਹੈਪਨਸ ਅ ਲੋਟ। ਮੇਰੇ ਨਾਲ ਵੀ ਹੁੰਦਾ ਸੀ ਬਹੁਤ ਸਾਲ ਪਹਿਲਾਂ, ਜਦੋਂ ਇੰਡੀਆ 'ਚ ਮੈਂ ਪੇਪਰਾਂ ਦੀ ਤਿਆਰੀ ਕਰਦਾ ਹੁੰਦਾ ਸੀਗਾ, ਲਾਈਕ ਕਿਹੜੇ ਹੁੰਦੇ ਸੀ ਉਹ, IIT ਦਿਸ ਐਂਡ ਦੈਟ, AIEEE ਹੈ ਨਾ, ਉਦੋਂ ਕਹਿੰਦੇ ਸੀ, ਐਂਡ ਦੈਟ ਯੂਜ਼ ਟੂ ਹੈਪਨ, ਠੀਕ ਹੈ। ਬਟ ਥਿੰਗਸ ਪਲੇ ਆਊਟ ਓਕੇ, ਐਡੀ ਕੋਈ ਟੈਨਸ਼ਨ ਵਾਲੀ ਚੀਜ਼ ਨਹੀਂ ਹੁੰਦੀ, ਆਪਾਂ ਐਕਸਟ੍ਰੀਮ ਕੇਸਿਸ ਬਹੁਤ ਜ਼ਿਆਦਾ ਬਣਾ ਲੈਂਦੇ ਹਾਂ। ਓਕੇ, ਅੱਗੇ ਚੱਲਦੇ ਹਾਂ। We are still at odds on that first question. The case is contested. Okay, first question ਕਿਹੜਾ ਸੀਗਾ ਆਪਾਂ ਦੇਖਦੇ ਹਾਂ। ਉਹ ਕਹਿੰਦਾ ਵੀ ਹਾਲੇ ਕੇਸ ਕਲੋਜ਼ ਹੋਇਆ ਨਹੀਂ ਹੈਗਾ, ਆਪਾਂ ਫਿਰ ਉਸ ਕੁਐਸਚਨ ਤੇ ਦੁਬਾਰਾ ਆ ਰਹੇ ਹਾਂ। Let's put it off for the moment. ਆਪਾਂ ਉਹਨੂੰ ਸਾਈਡ ਤੇ ਰੱਖ ਦਿੰਦੇ ਹਾਂ। Something I call minor will be quite serious in your estimation. I am well aware that some people laugh as they are beaten with whips, while others groan when merely slapped. Okay. ਉਹ ਕਹਿੰਦਾ ਯਾਰ ਲਾਈਕ ਲੋਕਾਂ ਦੇ ਉੱਤੇ ਕਈ ਵਾਰ ਪ੍ਰੋਬਲਮ ਆਉਂਦੀ ਹੈ ਨਾ, ਤਾਂ ਕਹਿੰਦਾ ਵੀ ਜਿਹਦੇ ਤਾਂ ਹਲਕਾ ਜਿਹਾ ਕੁਛ ਨੁਕਸਾਨ ਹੋ ਗਿਆ, ਜਿਹਦੇ ਆਪਾਂ ਹਲਕੀ ਜਿਹੀ ਚਪੇੜ ਮਾਰਤੀ, ਉਹ ਤਾਂ ਮਤਲਬ ਰੋਣ ਲੱਗ ਜਾਂਦਾ ਹੈ, ਉਹ ਤਾਂ ਉਹਨੂੰ ਤਕਲੀਫ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਤੇ ਕਹਿੰਦਾ ਕਈ ਲੋਕ ਜਿਨ੍ਹਾਂ ਨੂੰ ਡੰਡੇ ਪੈਂਦੇ ਨੇ, ਜਿਨ੍ਹਾਂ ਨੂੰ ਮਾਰ ਕੁਟਾਈ ਹੋ ਜਾਂਦੀ ਹੈ, ਜਿਨ੍ਹਾਂ ਨਾਲ ਧੱਕਾ ਹੋ ਜਾਂਦਾ ਹੈ, ਉਹ ਹੱਸਦੇ ਹੁੰਦੇ ਨੇ, ਮਤਲਬ, ਠੀਕ ਹੈ। ਉਹਨੇ ਇਹ ਗੱਲ ਕੀਤੀ ਹੈ। ਅੱਗੇ ਦੇਖਦੇ ਹਾਂ। We will investigate later on whether such things have power through their own strength or through our weakness. What I'm asking you now is just this. Whenever those around you begin to convince you that you are unhappy, consider that you actually feel rather than what you hear them say. दोबारा पढ़ते हैं. Convince you that you're unhappy. Consider what you actually feel rather than what you hear them say. Okay, nice man. ਸੈਨੇਕਾ ਲੂਸੀਲੀਅਸ ਨੂੰ ਕਹਿ ਰਿਹਾ ਕਿ ਅਗਰ ਤੁਹਾਨੂੰ ਕੋਈ ਬੰਦਾ ਇੱਕ ਕਨਵਿੰਸ ਕਰਦਾ ਨਾ ਕਿ ਬਾਈ ਤੂੰ ਅਨਹੈਪੀ ਹੈ, ਸੇਮ ਥਿੰਗ ਜੋ ਮੈਂ ਹੁਣੇ ਗੱਲ ਕੀਤੀ ਸੀ, ਨਿਊਜ਼ ਚੈਨਲ, ਰੇਡੀਓ ਸ਼ੋਅ, ਠੀਕ ਹੈ, ਜਿਨ੍ਹਾਂ ਨੂੰ ਮੈਂ ਬਹੁਤ ਕੰਡੈਮ ਕਰਦਾ, ਫਾਲਤੂ ਦੇ ਜਿਹੜੇ ਟੌਪਿਕ ਲੈ ਕੇ ਆਉਂਦੇ ਨੇ, ਲੋਕਾਂ ਦੇ ਦਿਮਾਗ 'ਤੇ ਟੈਨਸ਼ਨ ਪਾ ਦਿੰਦੇ ਨੇ ਜਿੰਦੀ ਕੋਈ ਲੋੜ ਨਹੀਂ ਹੁੰਦੀ, ਠੀਕ ਹੈ। ਐਂਡ ਦੈਨ ਦੇ ਟੈਲ ਯੂ ਕਿ ਯੂ ਸ਼ੁੱਡ ਬੀ ਅਨਹੈਪੀ, ਤੁਸੀਂ ਦੁਖੀ ਹੋਣੇ ਚਾਹੀਦੇ ਹੋ ਬਿਕੋਜ਼ ਰਿਸੈਸ਼ਨ ਆ ਰਿਹਾ, ਇਨਫਲੇਸ਼ਨ ਵੱਧ ਰਹੀ ਹੈ, ਠੀਕ ਹੈ, ਬਲਾ 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 ਬਲਾ। ਐਂਡ ਉਹਨੇ ਇਹ ਕਿਹਾ ਕਿ ਤੁਸੀਂ ਉਹਦੀ ਗੱਲ ਸੁਣ ਕੇ ਰਿਐਕਟ ਨਹੀਂ ਕਰਨਾ ਹੈਗਾ, ਤੁਹਾਡੇ ਅੰਦਰ ਕੀ ਚੱਲ ਰਿਹਾ ਉਹਦੇ ਨਾਲ ਸਟਿਕ ਕਰੋ। ਸਮਟਾਈਮਜ਼ ਆਪਣਾ ਕਰੈਕਟਰ ਕਾਫੀ ਸਟਰੋਂਗ ਹੁੰਦਾ ਹੈ, ਆਪਾਂ ਇਹੋ ਜਿਹੇ ਫਾਲਤੂ ਲੋਕਾਂ ਦੀਆਂ ਗੱਲਾਂ ਨਹੀਂ ਸੁਣਦੇ, ਬਟ ਦੇਰ ਇਜ਼ ਅ ਟਾਈਮ ਪੀਰੀਅਡ ਜਦੋਂ ਆਪਣੇ ਨਾਲ ਕਈ ਵਾਰੀ ਇੱਕ ਦੋ ਕੁਛ ਪ੍ਰੋਬਲਮਸ ਆ ਜਾਂਦੀਆਂ ਨੇ, ਕੋਈ ਟ੍ਰੈਜਡੀ ਆ ਜਾਂਦੀ ਹੈ, ਅਤੇ ਉੱਪਰੋਂ ਇੱਦਾਂ ਦੇ ਰੇਡੀਓ ਸ਼ੋਅ ਤੁਹਾਨੂੰ ਆ ਕੇ ਦੱਸਣ ਲੱਗ ਜਾਂਦੇ ਆ ਕਿ ਉਹ ਯਾ ਯੂ ਸ਼ੁੱਡ ਬੀ ਅਨਹੈਪੀ ਬਿਕੋਜ਼ ਆ ਹੋ ਰਿਹਾ ਤੁਹਾਡੇ ਆਲੇ ਦੁਆਲੇ, ਠੀਕ ਹੈ। ਬੰਦਾ ਵਾਕਈ ਉਹਨਾਂ ਚੀਜ਼ਾਂ 'ਚ ਫੋਲ ਕਰ ਜਾਂਦਾ ਕਈ ਵਾਰ, ਠੀਕ ਹੈ। ਉਹ ਕਹਿੰਦਾ ਤੁਸੀਂ ਨਹੀਂ ਫੋਲ ਕਰਨਾ, ਦੀਜ਼ ਗਾਈਜ਼ ਆਰ ਕ੍ਰੀਏਟਿੰਗ ਬੁਲਸ਼ਿਟ ਫॉर ਯੂ, ਠੀਕ ਹੈ, ਯੂ ਹੈਵ ਟੂ ਅੰਡਰਸਟੈਂਡ ਦਿਸ। ਅੱਗੇ ਚੱਲਦੇ ਹਾਂ ਆਪਾਂ। Consult your own endurance, and since you are the best judge of your affairs, ask yourself, why is it that these people are commiserating with me? ठीक है, I don't know the meaning of commiserating, so let's check. मैं always check करदा हूँ ना बई ਐਕਚੁਅਲ 'ਚ ਉਹ ਵਰਡ ਦਾ ਕੀ ਮੀਨਿੰਗ ਕਹਿ ਰਿਹਾ। ਟੂ ਐਕਸਪ੍ਰੈਸ ਸਿੰਪਥੀ ਟੂ ਸਮਵਨ ਅਬਾਊਟ ਸਮ ਬੈਡ ਲੱਕ। ਓਕੇ, ਕਿਸੇ ਵੱਲ ਆਪਾਂ ਜਦੋਂ ਸਿੰਪਥੀ ਕਰਦੇ ਹਾਂ ਜਦੋਂ ਕਿਸੇ ਦਾ ਬੈਡ ਲੱਕ ਹੋਵੇ। ਓਕੇ, ਲੈਟਸ ਗੋ ਬੈਕ। fearing to come in contact and okay,
ਹੀ ਇਜ਼ ਗਿਵਿੰਗ ਯੂ ਅ ਲੌਜੀਕਲ ਆਨਸਰ, ਠੀਕ ਹੈ, ਹੀ ਇਜ਼ ਗਿਵਿੰਗ ਯੂ ਲੌਜੀਕਲ ਸਟੈਪਸ। ਜਦੋਂ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਕਿ ਉਹ ਤੂੰ ਤਾਂ ਵਿਚਾਰਾ ਹੈ ਜਾਂ ਤੈਨੂੰ ਬੈਡ ਫੀਲ ਹੋਣਾ ਚਾਹੀਦਾ ਹੈ, ਤੁਹਾਨੂੰ ਐਜ਼ ਅ ਵਿਕਟਮ ਕੋਈ ਬੰਦਾ ਸ਼ੋਅ ਕਰ ਰਿਹਾ ਹੈ, ਤੁਸੀਂ ਆਪਦੇ ਆਪ ਨੂੰ ਇਹ ਪੁੱਛੋ ਵੀ ਇਹ ਬੰਦਾ ਮੇਰੇ ਨਾਲ ਸਿੰਪਥਾਈਜ਼ ਕਿਉਂ ਕਰ ਰਿਹਾ। ਮੋਸਟਲੀ ਜੋ ਮੈਂ ਔਨਲਾਈਨ ਦੇਖਦਾ ਨਾ, ਜਿਹੜੇ ਲੋਕ ਤੁਹਾਡੇ ਨਾਲ ਸਿੰਪਥਾਈਜ਼ ਐਕਸਟ੍ਰੀਮ ਲੈਵਲ ਤੇ ਕਰਦੇ ਆ ਨਾ, ਦੇ ਮੇਕ ਅ ਵਿਕਟਮ ਆਊਟ ਆਫ ਯੂ, ਠੀਕ ਹੈ, ਜਸਟ ਫॉर ਫਨ, ਜਸਟ ਉਹ ਨਹੀਂ ਤੁਹਾਡੇ ਨਾਲ ਤਾਂ PTSD ਹੋ ਗਈ ਸੀ, ਤੁਹਾਨੂੰ ਤਾਂ ਟਰਾਮਾ ਹੋ ਗਿਆ ਸੀ, ਤੁਹਾਡੇ ਨਾਲ ਤਾਂ ਸੈਪਰੇਸ਼ਨ ਟਰਾਮਾ ਹੋ ਗਿਆ ਸੀ, ਹੈ ਨਾ, ਆਈ ਅੰਡਰਸਟੈਂਡ ਯੋਰ ਪੇਨ। ਉਹ ਕੁਛ ਨਾ ਕੁਛ ਵੇਚਣ ਲੱਗੇ ਹੁੰਦੇ ਆ ਉਸ ਪੁਆਇੰਟ ਤੋਂ ਬਾਅਦ, ਠੀਕ ਹੈ, ਜਾਂ ਤਾਂ ਉਹ ਕੰਸਲਟੇਸ਼ਨ ਵੇਚਦੇ ਆ ਜਾਂ ਫਿਰ ਉਹ ਕੋਈ ਪ੍ਰੋਡਕਟ ਵੇਚਦੇ ਆ। ਬਹੁਤ ਵਾਰ ਇੱਦਾਂ ਹੁੰਦਾ, ਮੈਂ ਪੰਜਾਬੀ ਸਪੇਸ ਤਾਂ ਇਹ ਚੀਜ਼ ਬਹੁਤ ਦੇਖ ਰਿਹਾ। ਸੋ ਡੋਂਟ ਫਾਲ ਫॉर ਦੀਜ਼ ਸ਼ਾਰਲਟਨਸ। ਇਹ ਬੈਰੂਪੀਏ ਨੇ, ਇਹ ਬੈਰੂਪੀਏ ਨੇ, ਇਹਨਾਂ ਕੋਲ ਸਾਈਕੋਲੋਜਿਸਟ ਦੀ ਡਿਗਰੀ ਨਹੀਂ ਹੈਗੀ, ਇਹਨਾਂ ਕੋਲ ਕੋਈ ਇਕੋਨੋਮਿਕਸ ਦੀ ਡਿਗਰੀ ਨਹੀਂ ਹੈਗੀ। ਐਸਕ देयर ਕ੍ਰੈਡੈਂਸ਼ੀਅਲਸ, ਇਹਨਾਂ ਦੇ ਕ੍ਰੈਡੈਂਸ਼ੀਅਲ ਪੁੱਛਿਆ ਕਰੋ ਇਹਨਾਂ ਨੂੰ। ਸੋ ਅੱਗੇ ਸੈਨਿਕਾ ਗੱਲ ਕਰ ਰਿਹਾ, ਔਨ ਵਾਟ ਗਰਾਊਂਡਸ ਡੂ ਦੇ ਸ਼ਰਿੰਕ ਫਰੋਮ ਮੀ, ਫੇਅਰਿੰਗ ਇਵਨ ਟੂ ਕਮ ਇਨ ਕੰਟੈਕਟ ਵਿਦ ਮੀ ਐਜ਼ ਦੋ ਮਿਸਫॉर्च्यून वर contagious. Is there really anything bad in your condition, or is it the reputation worse than the reality? Ask yourself, could it be that I'm suffering and mourning for no reason? Okay, ਉਹਨੇ ਸੀਰੀਜ਼ ਆਫ ਕੁਐਸਚਨਸ ਦੇਤੇ ਕਿ ਯਾਰ ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਵਾਕਈ ਤੁਹਾਡੀ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਤੁਸੀਂ ਆਰਟੀਫਿਸ਼ਲੀ ਕ੍ਰੀਏਟ ਕਰ ਰਹੇ ਹੋ, ਕਿ ਕੋਈ ਹੋਰ ਆਰਟੀਫਿਸ਼ਲੀ ਤੁਹਾਨੂੰ ਕ੍ਰੀਏਟ ਕਰਕੇ ਦੱਸ ਰਿਹਾ, ਠੀਕ ਹੈ। ਹੀ ਇਜ਼ ਟੈਲਿੰਗ ਯੂ ਫਿਲਟਰ ਦ ਬੁਲਸ਼ਿਟ, ਠੀਕ ਹੈ, ਪਹਿਲਾ ਸਟੈਪ ਹੋ ਗਿਆ। ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਪੁੱਛੋ ਕਿ ਮੈਂ ਆਪਣੇ ਆਪ ਨੂੰ ਤਾਂ ਨਹੀਂ ਬੁਲਸ਼ਿਟ ਵੇਚ ਰਿਹਾ ਕਿ ਬਾਈ ਤੇਰੀ ਸਿਚੁਏਸ਼ਨ ਇੰਨੀ ਵਰਸ ਹੈ, ਹਿੰਮਤ ਤੇਰੀ ਸਿਚੁਏਸ਼ਨ ਬਹੁਤ ਵਰਸ ਹੈ, ਔਰ ਇਨ ਰੀਅਲ ਲਾਈਫ ਨਹੀਂ ਵਰਸ ਹੁੰਦੀ ਬਾਈ, ਨਹੀਂ ਹੁੰਦੀ। ਐਸਕ ਯੋਰ ਫਰੈਂਡ, ਐਸਕ ਸਮਵਨ, ਠੀਕ ਹੈ, ਜਿਹੜਾ ਬੰਦਾ ਥੋੜਾ ਰੈਸ਼ਨਲ ਹੈ, ਜਿਹੜਾ ਬੰਦਾ ਸਿਆਣਾ ਹੈ, ਠੀਕ ਹੈ, ਕਾਮ ਮਾਈਂਡਡ ਹੈ, ਉਹ ਤੁਹਾਨੂੰ ਦੱਸੂਗਾ ਕਿ ਨਹੀਂ ਯਾਰ ਦੇਰ ਇਜ਼ ਨਥਿੰਗ ਰੋਂਗ ਵਿਦ ਯੂ, ਮੇ ਬੀ ਆਹ ਇੱਕ ਦੋ ਚੀਜ਼ਾਂ ਟਿਊਨ ਅਪ ਕਰ ਲੈ, ਮਾੜਾ ਮੋਟਾ ਠੀਕ ਕਰ ਲੈ, ਡਾਈਟ ਆਪਣੀ ਠੀਕ ਕਰ ਲੈ, ਤੇਰਾ ਆਹ ਠੀਕ ਹੋ ਜਾਣਾ, ਮੈਂਟਲ ਲੈਵਲ ਤੇਰਾ ਸੈੱਟ ਹੋ ਜਾਊਗਾ। ਜਿਹੜੀ ਤੇਰੀ ਇੰਗਜ਼ਾਇਟੀ ਹੈ ਉਹ ਤੇਰੀ ਡਾਈਟ ਰਿਲੇਟਡ ਹੈ, ਦੈਟਸ ਵਾਟ ਹੈਪਨਸ ਵਿਦ ਪੀਪਲ। ਲੋਕਾਂ ਦੇ ਅੱਜ ਕੱਲ੍ਹ ਸਕਰੀਨ ਟਾਈਮ ਵਧਿਆ ਹੋਇਆ, ਡਾਈਟ ਖਰਾਬ ਹੋਈ ਹੋਈ ਆ, ਸ਼ੂਗਰ ਤੇ ਕਾਬਜ਼ ਖਾਈ ਜਾਂਦੇ ਆ, ਠੀਕ ਹੈ, ਐਂਡ ਫਿਰ ਇਹ ਪ੍ਰੋਬਲਮ ਹੋਣੀ ਹੈ। ਯੂ ਵਿਲ ਫਾਲ ਵਿਕਟਮ ਵਿਦ ਐਵਰੀਬਾਡੀ। ਜਿਹੜਾ ਵੀ ਤੁਹਾਨੂੰ ਕੋਈ ਚੀਜ਼ ਵੇਚਣ ਆਊਗਾ ਤੁਸੀਂ ਉਹਦੇ ਵਿੱਚ ਫਾਲ ਹੋ ਜਾਓਗੇ, ਐਂਡ ਯੂ ਵਿਲ ਹੈਵ ਆਲ ਦੀਜ਼ ਸੌਰਟ ਆਫ PTSDs, ਟਰਾਮਾਜ਼ ਐਂਡ ਆਲ ਦੈਟ, ਠੀਕ ਹੈ। ਫਿਰ ਉਹ ਤੁਹਾਨੂੰ ਵਾਈਬ੍ਰੇਸ਼ਨਸ ਵੇਚਣਗੇ, ਅਪਰ ਲੈਵਲ ਦਾ ਕੌਨਸ਼ੀਅਸ ਗਿਆਨ ਵੇਚਣਗੇ, ਕਹਿਣਗੇ ਕਿ ਤੀਸਰੀ ਅੱਖ ਖੋਲੋ ਆਪਣੀ ਤੇ ਸਪਿਰਿਚੁਅਲ ਬਣ ਜਾਓ, ਠੀਕ ਹੈ। ਦੈਟ ਦੇ ਵਿਲ ਸੈਲ ਯੂ ਦੈਟ। ਇਟਸ ਨੌਨਸੈਂਸ ਮੈਨ, ਇਟ ਜਸਟ ਮੇਕਸ ਮੀ ਕ੍ਰੇਜ਼ੀ। ਲਾਈਕ ਮੈਨੂੰ ਗੁੱਸਾ ਜਿਹਾ ਆਉਂਦਾ ਇਹਨਾਂ ਚੀਜ਼ਾਂ ਤੇ, ਬਿਕੋਜ਼ ਲੋਕਾਂ ਨੂੰ ਨਹੀਂ ਪਤਾ ਹੈਗਾ ਯਾਰ, ਦੇ ਡੋਂਟ ਨੋ ਅ ਲੋਟ ਆਫ ਸਟਫ, ਜਿਹੜੇ ਯੰਗ ਲੋਕ ਆ। ਸੀ ਦੈਟ ਇਜ਼ ਹਾਊ ਥਿੰਕਿੰਗ ਸਟਾਰਟਸ ਵਿਦ ਫਿਲੋਸਫੀ। ਇਹ 2000 ਸਾਲ ਪੁਰਾਣਾ ਟੈਕਸਟ ਹੈ, ਐਂਡ ਇਟਸ ਨਾਟ, ਮੈਂ ਲਾਈਟਲੀ ਨਹੀਂ ਕਹਿ ਰਿਹਾ, 2000 ਈਅਰਸ ਮੈਨ, ਇਟਸ ਅ ਰੀਅਲੀ ਲੌਂਗ ਟਾਈਮ, ਤੇ ਇਹ ਹਾਲੇ ਵੀ ਇੱਥੇ ਸਟੇ ਕਰ ਰਿਹਾ ਹੈ ਨਾ। ਸੋ ਇਹਦੇ 'ਚ ਹੈ, ਇਹਦੇ 'ਚ ਬਹੁਤ ਕੁਛ ਹੈ, ਆਪਾਂ ਇਹਨੂੰ ਪੂਰਾ ਕਵਰ ਕਰਾਂਗੇ, ਟਰਸਟ ਮੀ। How am I to know, you say, whether the causes of my anxiety are real or empty? ठीक है, okay, here is your measuring stick. We are tormented either by things past or by things to come, or both. Okay, ਕਹਿੰਦਾ ਆਪਾਂ ਤੁਹਾਡੀ ਐਂਗਜ਼ਾਇਟੀ ਨੂੰ ਕਿਵੇਂ ਆਪਾਂ ਮੈਜਰ ਕਰ ਸਕਦੇ ਹਾਂ, ਇਹਨੂੰ ਕਿਵੇਂ ਮਾਪ ਸਕਦੇ ਹਾਂ। ਉਹ ਕਹਿੰਦਾ ਕਿ ਆਪਾਂ ਜਾਂ ਤਾਂ ਪਾਸਟ ਤੋਂ ਦੁਖੀ ਹੁੰਨੇ ਆ, ਜਾਂ ਫਿਰ ਜੋ ਸਾਹਮਣੇ ਫਿਊਚਰ ਆ ਰਿਹਾ ਉਹ ਤੋਂ ਦੁਖੀ ਹੁੰਨੇ ਆ, ਜਾਂ ਫਿਰ ਆਪਾਂ ਦੋਨਾਂ ਤੋਂ ਹੀ ਦੁਖੀ ਹੁੰਨੇ ਆ, ਠੀਕ ਹੈ, ਦੋਨਾਂ ਦੀ ਟੈਨਸ਼ਨ ਲੈ ਕੇ ਬੈਠੇ ਹੁੰਨੇ ਆ। Concerning things present, it is easy to make a judgment. If your body is at liberty and healthy, if you are not in pain from injury, then we can wait and see what is to come. Today is not an issue. ਉਹ ਕਹਿੰਦਾ ਕਿ ਜੇ ਤੁਹਾਡੀ ਹੈਲਥ ਸਹੀ ਹੈ ਨਾ, ਤੁਹਾਡੇ ਮਾਈਂਡ ਦੇ ਅੰਦਰ ਲਿਬਰਟੀ ਹੈਗੀ ਹੈ, ਯੂ ਹੈਵ ਅ ਫਰੀ ਥਿੰਕਿੰਗ ਮਾਈਂਡ, ਇਟਸ ਨਾਟ ਬਾਇਸਡ, ਉਹਦੇ 'ਚ ਕੰਸਟ੍ਰੇਂਟ ਨਹੀਂ ਹੈਗੇ, ਬਹੁਤ ਜ਼ਿਆਦਾ ਰਿਲੀਜੀਅਸ ਔਰਥੋਡੋਕਸੀ ਨਹੀਂ ਹੈਗੀ, ਠੀਕ ਹੈ, ਉਹਦੇ 'ਚ ਲਿਖਿਆ ਨਹੀਂ ਹੈਗਾ ਬਟ ਉਹਦਾ ਮੀਨਿੰਗ ਇਹੀ ਹੈ। ਤੁਹਾਡੀ ਬੋਡੀ ਹੈਲਦੀ ਹੈ, ਬੋਡੀ ਦੇ ਅੰਦਰ ਕੋਈ ਪੇਨ ਨਹੀਂ ਹੈਗੀ, ਕੋਈ ਇੰਜਰੀ ਨਹੀਂ ਹੈਗੀ। ਉਹ ਕਹਿੰਦਾ ਕਿ ਬਾਈ ਜੀ ਟੈਨਸ਼ਨ ਨਾ ਲਓ, ਅੱਜ ਦਾ ਟਾਈਮ ਆਰਾਮ ਨਾਲ ਕੱਢੋ, ਕੱਲ ਨੂੰ ਦੇਖਾਂਗੇ, ਠੀਕ ਹੈ, ਸੌਂ ਜਾ ਸ਼ੇਰਾ, ਅੱਜ ਸੌਂ ਜਾ, ਕੱਲ ਨੂੰ ਉੱਠ ਕੇ ਦੇਖਾਂਗੇ, ਠੀਕ ਹੈ। ਉਹਦੇ ਕਹਿਣ ਦਾ ਮਤਲਬ ਇਹ ਆ। ਸੋ ਲੈਟਸ ਗੋ ਅਹੈਡ। ਸਟਿਲ ਇਟ ਇਜ਼ ਟੂ ਕਮ। First, find out whether there is a firm evidence that trouble is on the way. ਉਹ ਕਹਿੰਦਾ ਵੀ ਪੱਕਾ ਐਵੀਡੈਂਸ ਲੱਭੋ ਵੀ ਟਰਬਲ ਆ ਵੀ ਰਹੀ ਹੈ ਕਿ ਨਹੀਂ ਆ ਰਹੀ। Find the concrete evidence, ਠੀਕ ਹੈ। ਐ ਨਹੀਂ ਹੈਗਾ ਕਿ ਲਾਈਕ ਮੇਰਾ ਬਿੱਲ ਖੜਾ ਹੈ, ਇੰਨੇ $1000 ਦੇਣੇ ਆ,
ਲਾਈਕ ਯੂ ਡੋਂਟ ਇਵਨ ਨੋ, ਠੀਕ ਹੈ। ਸਮਟਾਈਮਸ ਤੁਸੀਂ ਉਹਨੂੰ ਫਾਈਨੈਂਸ ਕਰ ਸਕਦੇ ਹੁੰਦੇ ਹੋ, ਇੱਕ ਮਹੀਨੇ ਬਾਅਦ ਤੁਸੀਂ ਉਹਨੂੰ ਪੂਰਾ ਕਰ ਸਕਦੇ ਹੋ, ਮੇਬੀ ਉਹ ਆਪਸ਼ਨ ਚੂਜ਼ ਕਰੋ। ਡੋਂਟ ਥਿੰਕ ਕਿ ਹਾਂ ਯਾਰ ਇੰਨੇ ਹਜ਼ਾਰ ਇਕੱਠੇ ਹੀ ਦੇਣੇ ਆ, ਹਰ ਚੀਜ਼ ਦਾ ਸੋਲੂਸ਼ਨ ਨਿਕਲ ਜਾਂਦਾ ਹੈ। ਉਹ ਇਸ ਕਰਕੇ ਕਹਿ ਰਿਹਾ ਵੀ ਆਪਣੀ ਪ੍ਰੋਬਲਮ ਨੂੰ ਬ੍ਰੇਕ ਡਾਊਨ ਕਰੋ, ਦੇਖੋ ਵੀ ਉਹ ਹੈ ਕੀ ਹੈ, ਕੌਨਕਰੀਟਲੀ ਦੇਖੋ ਵੀ ਉਹਦੇ 'ਚ ਕੀ ਹੈ। For all too often we worry about what we merely suspect. Okay. Rumor plays tricks on us. Rumor that brings down the battle but brings down the individual even more. Yes, yes. ਪੁਰਾਣੇ ਟਾਈਮਾਂ 'ਚ ਕੀ ਹੁੰਦਾ ਸੀਗਾ, ਰੂਮਰ ਮੀਨਸ ਕਈ ਵਾਰ ਜਿੱਦਾਂ ਕੋਈ ਲੜਾਈ ਜੰਗ ਦਾ ਮੈਦਾਨ ਹੈ, ਠੀਕ ਹੈ। ਕੋਈ ਬੰਦਾ ਭੇਡਾਂ ਚਾਰ ਰਿਹਾ ਅਤੇ ਭੇਡਾਂ 100-150 ਭੇਡਾਂ ਲੈ ਕੇ ਜਾ ਰਿਹਾ ਅਤੇ ਧੂੜ ਮਿੱਟੀ ਉੱਡ ਰਹੀ ਹੈ। ਜਿਹੜੇ ਬੰਦੇ ਜੰਗ ਲਈ ਤਿਆਰ ਬੈਠੇ ਨੇ, ਉਹਨਾਂ ਨੂੰ ਲੱਗਦਾ ਵੀ ਸਾਹਮਣੇ ਕੋਈ ਆਰਮੀ ਹੈਗੀ ਆ, ਉਹਨਾਂ ਭੇਡਾਂ ਦੇਖ ਕੇ ਡਰ ਜਾਂਦੇ ਨੇ। ਭੇਡਾਂ ਦੀ ਜਿਹੜੀ ਮਿੱਟੀ ਉੱਡਦੀ ਆ, ਉਹਨਾਂ ਨੂੰ ਲੱਗਦਾ ਵੀ ਲੈ ਵੀ ਆ ਗਏ ਆ ਗਏ ਆ ਗਏ, ਹੈ ਨਾ, ਆਰਮੀ ਆ ਗਈ, ਜਦ ਕਿ ਅਸਲ 'ਚ ਉਹ ਭੇਡਾਂ ਹੁੰਦੀਆਂ ਨੇ, ਰਾਈਟ। ਸੋ ਓਕੇ, ਲੈਟਸ ਗੋ ਇਨਟੂ ਡਿਊਅਲ ਥਿੰਕਿੰਗ। ਆਈ ਵੋਂਟ ਯੂ ਟੂ ਥਿੰਕ ਡਿਊਅਲੀ। ਆਈ ਵੋਂਟ ਯੂ ਟੂ ਥਿੰਕ ਕਿ ਤੁਸੀਂ ਦੋ ਤਰੀਕੇ ਨਾਲ ਸੋਚੋ ਐਟ ਦ ਸੇਮ ਟਾਈਮ। ਦਿਸ ਇਜ਼ ਹਾਊ ਯੂ ਬਿਗਿਨ ਯੋਰ ਥਿੰਕਿੰਗ ਬੇਸਿਕਲੀ, ਠੀਕ ਹੈ। ਥਿੰਕਿੰਗ ਮਾਈਂਡ, ਜਿਹੜੇ ਨਾ ਫਰੀ ਥਿੰਕਰ ਬੰਦੇ ਹੁੰਦੇ ਆ ਨਾ, ਜਿਨ੍ਹਾਂ ਦੀ ਥਿੰਕਿੰਗ ਬਹੁਤ ਹਾਈ ਕੁਆਲਿਟੀ ਹੁੰਦੀ ਆ, ਉਹਨਾਂ ਦੀ ਇੱਕ ਨਿਸ਼ਾਨੀ ਮੈਂ ਤੁਹਾਨੂੰ ਦੱਸਦਾ, ਉਹਨਾਂ ਨੂੰ ਗੱਲਾਂ ਸੁਣ ਕੇ, ਉਹਨਾਂ ਨੂੰ ਕਿਸੇ ਦੇ ਓਪੀਨੀਅਨ ਸੁਣ ਕੇ ਗੁੱਸਾ ਨਹੀਂ ਆਉਂਦਾ ਹੈਗਾ। ਦੇ ਡੋਂਟ ਗੈਟ ਐਂਗਰੀ, ਦੇ ਕੈਨ ਥਿੰਕ 3 ਡਿਫਰੈਂਟ ਥਿੰਗਸ ਐਟ ਦ ਸੇਮ ਟਾਈਮ। ਆਈ ਐਮ ਟੈਲਿੰਗ ਯੂ 2, ਜਸਟ 2, ਠੀਕ ਹੈ। ਅੱਜ ਤੋਂ ਤੁਹਾਡੇ ਕੋਲ ਕੋਈ ਪ੍ਰੋਬਲਮ ਹੈਗੀ ਹੈ ਤੁਹਾਡੇ ਸਾਹਮਣੇ, ਤੁਸੀਂ ਦੁਖੀ ਹੋ, ਤੁਹਾਨੂੰ ਐਂਗਜ਼ਾਈਟੀ ਹੈ ਵੀ ਯਾਰ ਆਹ ਮੇਰਾ ਨਾ ਹੋ ਜੇ, ਮੇਰੀ ਜੌਬ, ਮੇਰੀ ਸੈਲਰੀ, ਮੇਰੇ ਬੱਚੇ, ਆਈ ਡੋਂਟ ਨੋ, ਮੇਰੇ ਕਿਡਸ ਹੈ ਨਹੀਂ ਹਾਲੇ ਬਟ ਮੈਨੂੰ ਨਹੀਂ ਪਤਾ, ਮੇਰਾ ਪਾਰਟਨਰ ਦਿਸ ਐਂਡ ਦੈਟ, ਠੀਕ ਹੈ। ਕੱਲ੍ਹ ਨੂੰ ਕੀ ਹੋਊਗਾ, ਤੁਹਾਨੂੰ ਘਬਰਾਹਟਾਂ ਹੋ ਰਹੀਆਂ ਨੇ, ਘਬਰਾਹਟ ਪੈ ਰਹੀ ਹੈ। ਅੱਜ ਦੀ ਡੇਟ 'ਚ 2024 'ਚ ਤੁਸੀਂ ਪੁਰਾਣੇ ਟਾਈਮ 'ਚ ਚਲੇ ਜਾਓ, ਠੀਕ ਹੈ। ਤੁਸੀਂ ਇਹ ਸੋਚੋ ਵੀ ਪੁਰਾਣੇ ਟਾਈਮ 'ਚ ਤੁਸੀਂ ਬੈਟਲ ਗਰਾਊਂਡ 'ਚ ਖੜ੍ਹੇ ਹੋ, ਸਾਹਮਣੇ ਆਰਮੀ ਆ ਰਹੀ ਹੈ, ਆਰਮੀ ਐਟ ਰੈਸਟ ਹੈ, ਅਤੇ ਵਿੱਚੋਂ ਭੇਡਾਂ ਦਾ ਇੱਕ ਉਹਨਾਂ ਨੇ ਧੂੜ ਇਕੱਠੀ ਕਰਤੀ, ਉਹਨਾਂ ਨੇ ਧੂੜ ਉਡਾਤੀ, ਮਿੱਟੀ ਉਡਾਤੀ। ਹੁਣ ਤੁਸੀਂ ਭੇਡਾਂ ਨੂੰ ਦੇਖ ਕੇ ਡਰਨਾ ਕਿ ਨਹੀਂ ਡਰਨਾ, ਕਿ ਤੁਸੀਂ ਭੇਡਾਂ 'ਤੇ ਜਾ ਕੇ ਤਲਵਾਰਾਂ ਚਲਾਉਣੀਆਂ, ਜਾਂ ਤੁਸੀਂ ਆਪਣੀ ਐਨਰਜੀ ਪਹਿਲਾਂ ਹੀ ਖ਼ਤਮ ਕਰ ਦੇਣੀ ਹੈ, ਕਿ ਤੁਸੀਂ ਜੰਗ ਦੇ ਮੈਦਾਨ 'ਚ ਜਾ ਕੇ ਲੜਨਾ ਆ। ਇਹ ਤੁਹਾਡੀ ਇੱਛਾ ਆ। ਡੋਂਟ ਫਾਲ ਇਨਟੂ ਦ ਫਾਲਸ ਟਰੈਪਸ, ਠੀਕ ਹੈ। ਮਾਈਂਡ ਇਲੂਜ਼ਨ ਬਹੁਤ ਜ਼ਿਆਦਾ ਬਣਾਉਂਦਾ ਹੈ। ਸੋ ਐਕਸਟਰੀਮ ਥਿੰਕਿੰਗ 'ਚ ਨਹੀਂ ਜਾਣਾ, ਕਾਮ ਰੱਖਣਾ ਮਾਈਂਡ ਨੂੰ, ਠੀਕ ਹੈ। ਸੋ ਦੈਟਸ ਵਾਟ ਹੀ ਮੀਨਸ। ਓਕੇ, ਲੈਟਸ ਗੋ ਅਹੈਡ। Yes, dear Lucilius, we are too quick to give way to opinion. We do not demand evidence of the things that frighten us or check them out carefully. We quail and take to our heels like the army that breaks camp because of a dust cloud kicked by a herd of cattle. ਜੋ ਮੈਂ ਹੁਣੇ ਗੱਲ ਕੀਤੀ ਸੀਗੀ ਕਿ ਜਿਹੜੀ ਆਰਮੀ ਇਸ ਤਰ੍ਹਾਂ ਕਰਦੀ ਹੈ, ਭੇਡਾਂ ਬੱਕਰੀਆਂ ਦੇ ਮਿੱਟੀ ਉੱਡਦੀ ਦੇਖ ਕੇ ਡਰ ਜਾਂਦੀ ਹੈ ਅਤੇ ਆਪਦਾ ਕੰਮ ਖਰਾਬ ਕਰ ਲੈਂਦੀ ਹੈ, ਠੀਕ ਹੈ। ਜਾਂ ਫਿਰ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਫਾਲਤੂ ਗੱਲਾਂ, ਆਪਦੇ ਜਨਰਲ ਦੀ ਗੱਲ ਨਹੀਂ ਸੁਣਦੇ, ਲੋਕਾਂ ਦੀਆਂ ਫਾਲਤੂ ਗੱਲਾਂ ਸੁਣ ਕੇ ਆਪਦੀ ਸਟ੍ਰੈਟਜੀ ਖਰਾਬ ਕਰਦੇ ਨੇ, ਠੀਕ ਹੈ। ਸੋ ਡੋਂਟ ਡੂ ਦੈਟ। ਅੱਗੇ ਚੱਲਦੇ ਹਾਂ ਆਪਾਂ। ਇਨ ਅ ਵੇ empty causes produce even more trepidation. Okay, let's find out the meaning of this, because English ਦੇ ਵਿੱਚ ਨਾ ਕਾਫੀ ਵਰਡ ਹੁੰਦੇ ਨੇ ਜਿਹਦਾ ਮੀਨਿੰਗ ਮੈਨੂੰ ਭੁੱਲ ਵੀ ਜਾਂਦਾ, ਬਿਕੋਜ਼ ਮੇਰੀ ਮੈਮਰੀ ਦਾ ਵੀ ਥੋੜ੍ਹਾ ਚੱਕਰ ਹੈਗਾ। ਟ੍ਰੈਬੀਡੇਸ਼ਨ, ਅਤੇ ਕਈ ਵਾਰ ਨਵੇਂ ਵਰਡ ਦੇਖਣ ਨੂੰ ਮਿਲ ਜਾਂਦੇ ਨੇ। ਨਰਵਸ ਔਰ ਫੀਅਰਫੁਲ ਫੀਲਿੰਗ ਆਫ ਅਨਸਰਟਨ ਐਜੀਟੇਸ਼ਨ। ਬਿਲਕੁਲ ਉਹੀ ਗੱਲ ਕਰ ਰਿਹਾ ਉਹ ਵੀ ਨਰਵਸ ਯਾਰ ਫੀਅਰਫੁਲ ਨਹੀਂ ਹੋਣਾ ਹੈਗਾ, ਬਸ ਦੈਟ ਇਜ਼ ਦੀ ਓਨਲੀ ਵੇ। ਸਟੋਇਕ ਫਿਲੋਸਫੀ ਦਾ ਜਿਹੜਾ ਮੇਨ ਕਰਕਸ ਹੈ ਨਾ, ਉਹ ਇਹੀ ਹੈ। ਅੱਗੇ ਚੱਲਦੇ ਹਾਂ ਆਪਾਂ। Real dangers have an inherent limit. Anything that arises from uncertainty, though, is given over to conjecture and to unrestrained anxiety, ठीक है। Hence our most pernicious or most uncontrollable fears are the crazy ones. ਉਹਦੇ ਕਹਿਣ ਦਾ ਮਤਲਬ ਹੈ ਜਿਹੜਾ ਨੁਕਸਾਨ ਹਾਲੇ ਫਿਊਚਰ ਦੇ ਵਿੱਚ ਆ ਰਿਹਾ ਨਾ, ਹਾਲੇ ਆਉਣਾ ਹੈ, ਉਹਦੀ ਵੀ ਇੱਕ ਲਿਮਿਟ ਹੈ ਬਾਈ ਜੀ, ਉਹ ਅਨਲਿਮਿਟਿਡ ਨਹੀਂ ਹੈਗਾ। ਯੂ ਹੈਵ ਟੂ ਅੰਡਰਸਟੈਂਡ ਦੈਟ। ਕਿੱਡਾ ਕੁ ਨੁਕਸਾਨ ਹੋ ਜਾਊਗਾ, ਵਟ ਇਫ ਯੂ ਕੈਨ ਥਿੰਕ, ਠੀਕ ਹੈ। ਤੁਹਾਡੇ ਬਿਜ਼ਨਸ ਦੇ ਵਿੱਚ ਤੁਹਾਨੂੰ ਘਾਟਾ ਪੈਣ ਲੱਗਾ, ਯੂ ਆਰ ਇਮੈਜਿਨਿੰਗ, ਠੀਕ ਹੈ। 50,000 ਦਾ ਹੋ ਸਕਦਾ, ਲੱਖ ਦਾ ਹੋ ਸਕਦਾ, 3 ਲੱਖ ਦਾ ਹੋ ਸਕਦਾ, ਠੀਕ ਹੈ। ਦੇਰ ਇਜ਼ ਅ ਕੈਪ, ਦੇਰ ਇਜ਼ ਅ ਲਿਮਿਟ। ਆਪਾਂ ਜੋ ਇਮੈਜਿਨ ਕਰਦੇ ਹਾਂ ਨਾ, ਆਪਾਂ ਐਂ ਇਮੈਜਿਨ ਕਰਦੇ ਹਾਂ ਕਿ ਬਾਈ ਮੈਂ ਰੋਡ 'ਤੇ ਸੋ ਰਿਹਾ, ਠੀਕ ਹੈ, ਅਤੇ ਰਾਈਟ ਆਪਾਂ ਇਹੋ ਜਿਹੀਆਂ ਚੀਜ਼ਾਂ ਇਮੈਜਿਨ ਕਰਦੇ ਹਾਂ, ਠੀਕ ਹੈ। ਸੋ
ਵੀ ਸ਼ੁੱਡ ਸਟਾਪ ਡੂਇੰਗ ਦੈਟ। ਵੀ ਸ਼ੁੱਡ ਆਲਵੇਜ਼ ਥਿੰਕ ਕਿ ਉਹਦਾ ਕਿੰਨਾ ਕੁ ਇੰਪੈਕਟ ਹੋ ਸਕਦਾ ਹੈ। ਮਤਲਬ ਮਟੀਰੀਅਲ ਇੰਪੈਕਟ ਦੇ ਉੱਤੇ ਇੱਕ ਲਿਮਿਟ ਹੁੰਦੀ ਹੈ। ਆਪਣਾ ਮਾਈਂਡ ਐਂਡਲੈਸ ਲੂਪ ਚਲਾ ਦਿੰਦਾ, ਐਂਡਲੈਸਲੀ ਗਲਤ ਸੋਚਦਾ, ਉਹਦੇ 'ਚੋਂ ਆਪਾਂ ਨੂੰ ਥੋੜ੍ਹਾ ਬਾਹਰ ਨਿਕਲਣਾ ਚਾਹੀਦਾ। ਆਈ ਨੋ ਦਿਸ ਇਜ਼ ਸਟਲ ਥਿੰਗ, ਲੋਕਾਂ ਨੂੰ ਪ੍ਰੋਬਲਮਸ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਆਈ ਅੰਡਰਸਟੈਂਡ ਦੈਟ, ਬਟ ਦੇਰ ਇਜ਼ ਅ ਲਿਮਿਟ ਟੂ ਓਵਰ ਥਿੰਕਿੰਗ, ਦੇਰ ਹੈਜ਼ ਟੂ ਬੀ ਅ ਲਿਮਿਟ। ਅਨਲਿਮਿਟਿਡ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਉਹ ਬੰਦਾ ਨਿਊਰੋਟਿਕ ਹੋ ਜਾਂਦਾ ਹੈ, ਬੰਦੇ ਦੇ ਅੰਦਰ ਐਂਗਜ਼ਾਈਟੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਪੈਨਿਕ ਅਟੈਕ ਹੋਣ ਲੱਗ ਜਾਂਦੇ ਨੇ, ਠੀਕ ਹੈ। ਸੋ ਉਸ ਚੀਜ਼ ਵੱਲ ਨਹੀਂ ਆਪਾਂ ਵਧਣਾ ਬੇਸਿਕਲੀ। ਲੈਟਸ ਗੋ ਅੱਗੇ। Our fears are unreasonable. These are unreasoning. So let us look carefully at the facts. ਬਿਲਕੁਲ ਸਹੀ ਗੱਲ ਹੈ। ਆਪਣੇ fears ਬਹੁਤ ਤਰੀਕੇ ਨਾਲ unreasonable ਹੁੰਦੇ ਨੇ। ਆਪਾਂ ਯਾਰ ਮੋਸਟਲੀ ਨਾ ਮੁੰਡਿਆਂ ਦੀ ਮੈਂ ਗੱਲ ਕਰ ਸਕਦਾ, ਮੈਨੂੰ ਕੁੜੀਆਂ ਦਾ ਪਰਸਪੈਕਟਿਵ ਦਾ ਘੱਟ ਪਤਾ, ਠੀਕ ਹੈ। ਮੁੰਡਿਆਂ ਲਈ ਆਈ ਥਿੰਕ ਮਨੀ ਹੋ ਗਈ ਜਾਂ ਰਿਸੋਰਸਿਸ ਬਹੁਤ ਮੈਟਰ ਕਰਦੇ ਨੇ। ਅਤੇ ਜਦੋਂ ਉਹਨਾਂ ਨੂੰ ਕੋਈ ਘਾਟਾ ਵਗੈਰਾ ਪੈਂਦਾ ਮਨੀ ਦੇ ਰਿਲੇਟਡ, ਠੀਕ ਹੈ, ਜਾਂ ਬਿਜ਼ਨਸ ਦੇ ਵਿੱਚ ਕੋਈ ਘਾਟਾ ਹੋ ਸਕਦਾ, ਅਤੇ ਮੁੰਡਿਆਂ ਨੂੰ ਇੱਦਾਂ ਲੱਗਦਾ ਹੈ ਕਿ ਮਤਲਬ ਨਾ ਅੱਛਾ ਹੁਣ ਮੇਰੀ ਅਗਲੀ ਜਨਰੇਸ਼ਨ ਕਿਵੇਂ ਰੋਟੀ ਖਾਊਗੀ, ਮੇਰੀ ਅਗਲੀ ਤੋਂ ਅਗਲੀ ਜਨਰੇਸ਼ਨ ਰੋਟੀ ਕਿਵੇਂ ਖਾਊਗੀ, ਇਹ ਅਨਰੀਜ਼ਨੇਬਲ ਚੀਜ਼ ਆ ਜਾਂਦੀ ਹੈ। ਦਿਸ ਇਜ਼ ਨਾਟ ਰੀਜ਼ਨੇਬਲ। ਅਗਲੀ ਜਨਰੇਸ਼ਨ ਨੇ ਬਾਈ ਯਾਰ ਦੇਖ ਲੈਣਾ ਹੈ ਆਪਦਾ, ਯੂ ਡੋਂਟ ਹੈਵ ਟੂ ਵਰੀ ਅਬਾਊਟ ਦੈਟ। ਤੁਸੀਂ ਉਦੋਂ ਤੱਕ ਨਹੀਂ ਜਿੰਦਾ ਰਹੋਗੇ, ਠੀਕ ਹੈ। ਈਵਨ ਜੇ ਤੁਸੀਂ ਪੈਸੇ ਦੇ ਵੀ ਗਏ ਨਾ, ਦੇਰ ਇਜ਼ ਨੋ ਗੈਰੰਟੀ ਕਿ ਉਹਦਾ ਵਧੀਆ ਯੂਜ਼ ਕਰਨਗੇ। ਯੂ ਹੈਵ ਟੂ ਥਿੰਕ ਅਬਾਊਟ ਇਟ, ਠੀਕ ਹੈ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਜੇ ਪੁਸ਼ਤਾਂ ਲਈ ਅੱਗੇ ਪੈਸਾ ਛੱਡ ਗਏ ਤਾਂ ਉਹ ਪ੍ਰੋਪਰ ਯੂਜ਼ ਕਰਨਗੇ ਅਤੇ ਕਹਿਣਗੇ ਹਾਂਜੀ ਥੈਂਕ ਯੂ ਦਾਦਾ ਜੀ ਤੁਸੀਂ ਉਹ ਕੀਤਾ। ਨਹੀਂ ਹੁੰਦਾ ਕਈ ਵਾਰੀ ਇੱਦਾਂ, ਠੀਕ ਹੈ। ਯੂ ਹੈਵ ਟੂ ਥਿੰਕ ਐਟ ਦ ਪ੍ਰੈਜੈਂਟ ਮੂਮੈਂਟ। ਇੰਨਾ ਜ਼ਿਆਦਾ ਫਿਊਚਰ 'ਚ ਨਹੀਂ ਜਾਣਾ ਕਿ ਪਾਗਲ ਹੋ ਜਾਓ। ਸੋ ਦੈਟਸ ਵਾਟ ਆਈ ਐਮ ਟਰਾਈਂਗ ਟੂ ਸੇ। Some evil is probable for the future. It is not proven right off. ਅੱਗੇ ਫਿਊਚਰ ਦੇ ਵਿੱਚ ਈਵਲ ਚੀਜ਼ਾਂ ਤੁਹਾਡੇ ਨਾਲ ਹੋਣਗੀਆਂ, ਪਰ ਉਹ ਇੱਕ ਪ੍ਰੋਬੇਬਿਲਿਟੀ ਹੈ, ਉਹ ਪ੍ਰੂਵਨ ਫੈਕਟ ਨਹੀਂ ਹੈਗਾ। ਨਹੀਂ ਵੀ ਹੋ ਸਕਦਾ, ਤੁਹਾਡੀ ਕਿਸਮਤ ਚੰਗੀ ਵੀ ਹੋ ਸਕਦੀ ਹੈ। ਹਾਊ ਮੈਨੀ ਅਨਐਕਸਪੈਕਟਿਡ ਥਿੰਗਸ ਹੈਵ ਕਮ ਟੂ ਪੈਸ, ਹਾਊ ਮੈਨੀ ਆਫ ਆਰ ਐਕਸਪੈਕਟੇਸ਼ਨਸ ਨੈਵਰ ਹੈਪਨ ਐਟ ਆਲ। ਉਹ ਕਹਿ ਰਿਹਾ ਬਹੁਤ ਵਾਰੀ ਆਪਾਂ ਜੋ ਤਕਲੀਫਾਂ ਸੋਚਦੇ ਹਾਂ ਉਹ ਪਾਸ ਸਾਈਡ ਤੋਂ ਹੋ ਕੇ ਲੰਘ ਜਾਂਦੀਆਂ ਨੇ, ਤੁਹਾਡੇ ਨੇੜੇ ਦੀ ਹੋ ਕੇ ਨਹੀਂ ਲੰਘਦੀਆਂ ਹੈਗੀਆਂ। ਯੂ ਡੋਂਟ, ਆਪਾਂ ਨਹੀਂ ਉਹਦੇ ਬਾਰੇ ਸੋਚਦੇ, ਠੀਕ ਹੈ। even if it comes to you, what good does it do to anticipate your grief? You will grieve soon enough. When it comes, in the meantime, allow yourself something better. What do you gain by that? Time. ਉਹ ਕਹਿੰਦਾ ਜੇ ਆ ਵੀ ਗਈ ਤਕਲੀਫ, ਠੀਕ ਹੈ, ਬਿਗ ਟ੍ਰੈਜਡੀ ਜੇ ਹੈਪਨ ਹੋ ਵੀ ਗਈ ਤਾਂ ਉਸ ਵੇਲੇ ਆਪਾਂ ਗਰੀਫ ਕਰਾਂਗੇ, ਉਸ ਵੇਲੇ ਦੁੱਖ ਮਨਾਵਾਂਗੇ। ਜਿਹੜਾ ਵਿੱਚ ਮੀਨ ਟਾਈਮ ਹੈ ਨਾ, ਜਿਹੜਾ ਐਂਗਜ਼ਾਈਟੀ ਭਰਿਆ ਟਾਈਮ ਹੈ, ਜੇ ਆਪਾਂ ਇਹਦੇ ਵਿੱਚੋਂ ਐਂਗਜ਼ਾਈਟੀ ਨੂੰ ਮਾਈਨਸ ਕਰ ਦਈਏ ਤਾਂ ਕਹਿੰਦਾ ਐਂਡ ਵਿੱਚ ਬਚੂਗਾ ਆਪਣੇ ਕੋਲ ਟਾਈਮ, ਠੀਕ ਹੈ। ਟਾਈਮ ਇਜ਼ ਵੈਰੀ ਇੰਪੋਰਟੈਂਟ ਮੈਨ ਲਈ। ਮੈਨੂੰ ਹੁਣ ਰਿਅਲਾਈਜ਼ ਹੋਣ ਲੱਗ ਗਿਆ, ਵੈਸੇ ਸਿੰਸ ਆਈ ਐਮ ਗੈਟਿੰਗ ਓਲਡ, ਮੈਂ ਓਲਡ ਹੋ ਰਿਹਾ, ਮੈਨੂੰ ਬਹੁਤ ਰਿਅਲਾਈਜ਼ ਹੋਣ ਲੱਗ ਗਿਆ ਵੀ ਟਾਈਮ ਮੈਂ ਬਹੁਤ ਕਈ ਵਾਰੀ ਵੇਸਟ ਕਰਦਾ ਐਂਡ ਮੈਨੂੰ ਬੈਡ ਫੀਲ ਹੁੰਦਾ। ਇਸ ਕਰਕੇ ਟਾਈਮ ਇਜ਼ ਵੈਰੀ ਇੰਪੋਰਟੈਂਟ ਯਾਰ। ਲਾਈਕ ਦਿਸ ਸ਼ੁੱਡ ਬੀ ਸਪੈਂਟ ਵਿਦ ਯੋਰ ਲਵਡ ਵਨਸ, ਠੀਕ ਹੈ। ਜੋ ਤੁਸੀਂ ਹੌਬੀ ਕਰਦੇ ਹੋ ਸਕਦੇ ਹੋ, ਮੈਂ ਫਿਲੋਸਫੀ ਪੜ੍ਹ ਰਿਹਾ, ਠੀਕ ਹੈ, ਆਪਣੇ ਟਾਈਮ 'ਚ। ਸੋ ਯੂ ਕੈਨ ਬੀ ਡੂਇੰਗ ਸਮਥਿੰਗ ਪ੍ਰੋਡਕਟਿਵ। ਅੱਗੇ ਚੱਲਦੇ ਹਾਂ। Many things will happen that may avert the approaching danger, even if it is nearly at hand, or make it cease or direct it towards someone else. The fire leaves an escape route. The collapsing building sets some people down gently. The sword is right at the throat and then drawn back. The one condemned to death survives his executioner. Even bad fortune can be fickle. Perhaps it will happen, perhaps it won't. Certainly it is not happening now. So keep the better things in review. ਓਕੇ, ਉਹ ਇੱਦਾਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਕਈ ਵਾਰ ਯਾਰ ਜੇ ਘਰ ਦੇ ਅੰਦਰ ਅੱਗ ਵੀ ਲੱਗ ਜੇ ਤਾਂ ਕਹਿੰਦਾ ਕਈ ਵਾਰ ਰਸਤਾ ਖੁੱਲ੍ਹਾ ਰਹਿ ਜਾਂਦਾ ਆ, ਤੁਸੀਂ ਉਸ ਅੱਗ ਦੇ ਵਿੱਚੋਂ ਵੀ ਨਿਕਲ ਜਾਂਦੇ ਹੋ, ਕਈ ਵਾਰੀ ਦਰਵਾਜ਼ਾ ਖੁੱਲ੍ਹਾ ਰਹਿ ਜਾਂਦਾ, ਠੀਕ ਹੈ। ਉਹ ਕਹਿੰਦਾ ਕਿ ਜੇ ਤੁਹਾਨੂੰ ਕੋਈ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਨਾ, ਤਾਂ ਕਈ ਵਾਰ ਇਹੋ ਜਿਹਾ ਵੀ ਟਾਈਮ ਹੁੰਦਾ ਕਿ ਜਿਹੜੀ ਤੁਹਾਨੂੰ ਉਹ ਫਾਂਸੀ ਦੇ ਕੇ ਲਟਕਾਉਣਾ ਹੁੰਦਾ, ਕਈ ਵਾਰੀ ਉਹ ਰੱਸਾ ਹੀ ਟੁੱਟ ਜਾਂਦਾ, ਕਈ ਵਾਰੀ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ। ਪੀਪਲ ਕਮ ਬੈਕ ਫਰੋਮ ਡੈਥ, ਠੀਕ ਹੈ। ਕਿਸੇ ਬੰਦੇ ਨੂੰ ਕੈਂਸਰ ਹੋਇਆ, ਬੰਦਾ ਕੈਂਸਰ ਨਾਲ ਫਾਈਟ ਕਰਦਾ ਆਪਣੀਆਂ ਥੈਰੇਪੀਆਂ ਲੈਂਦਾ, ਫਿਰ ਵਾਪਸ ਆ ਜਾਂਦਾ ਲਾਈਫ ਦੇ ਅੰਦਰ, ਠੀਕ ਹੈ, ਫਿਰ ਠੀਕ ਹੋ ਜਾਂਦਾ। ਦੈਟ ਹੈਪਨਸ। ਹੀ ਇਜ਼ ਟਾਕਿੰਗ ਅਬਾਊਟ ਅ ਕੌਨਸੈਪਟ ਕਾਲਡ ਰੈਂਡਮਨੈਸ। ਲਾਈਫ ਬਹੁਤ ਰੈਂਡਮ ਹੈ। ਇਟ ਇਜ਼ ਸੋ ਰੈਂਡਮ ਦੈਟ ਆਪਾਂ ਉਹ ਕੰਪਰੀਹੈਂਡ ਨਹੀਂ ਕਰ ਸਕਦੇ। ਵੀ ਵਾਂਟ ਲੀਨੀਅਰ ਲਾਈਫ। ਲੀਨੀਅਰ ਮੀਨਸ ਸਿੱਧੀ ਟ੍ਰੈਜੈਕਟਰੀ, ਸਕੇਲ ਨਾਲ ਖਿੱਚੀ ਹੋਈ। ਦੈਟ ਡਜ਼ ਨਾਟ ਹੈਪਨ। ਮੈਨੀ ਟਾਈਮਜ਼ ਉਹਦੇ ਵਿੱਚ ਐਕਸਪੋਨੈਂਸ਼ੀਅਲ ਚੀਜ਼ਾਂ ਹੁੰਦੀਆਂ ਨੇ। ਐਕਸਪੋਨੈਂਸ਼ੀਅਲ ਉੱਤੇ ਨੂੰ ਵੀ ਗ੍ਰਾਫ ਚਲਾ ਜਾਂਦਾ ਅਤੇ ਥੱਲੇ ਨੂੰ ਵੀ ਚਲਾ ਜਾਂਦਾ, ਠੀਕ ਹੈ। ਆਪਾਂ ਐਕਸਟ੍ਰੀਮ ਦੇ ਵਿੱਚ ਨਹੀਂ ਜਾਣਾ ਹੈਗਾ।
ਸਾਰੇ ਧਰਮਾਂ ਨੇ ਇਹੀ ਕਿਹਾ ਕਿ ਬਈ ਯਾਰ ਖੁਸ਼ੀ ਦੇ ਟਾਈਮ 'ਚ ਜ਼ਿਆਦਾ ਖੁਸ਼ ਨਹੀਂ ਹੋਣਾ, ਦੁੱਖ ਭਰੇ ਟਾਈਮ ਦੇ ਵਿੱਚ ਜ਼ਿਆਦਾ ਦੁਖੀ ਨਹੀਂ ਹੋਣਾ, ਹੈਵ ਅ ਸਟੇਬਲ ਮਾਈਂਡ। ਜਿਹੜੀ ਇਸ ਤਰ੍ਹਾਂ ਦਾ ਗ੍ਰਾਫ ਹੈ ਨਾ, ਇਸ ਤਰ੍ਹਾਂ ਦਾ, ਉਹਦੇ ਵਿੱਚ ਸਟੇਬਿਲਿਟੀ ਲਿਆਓ, ਰਾਈਟ। ਸੋ ਦੈਟਸ ਵਾਟ ਹੀ ਇਜ਼ ਟਰਾਈਂਗ ਟੂ ਸੇ, ਜੋ ਮੈਨੂੰ ਸਮਝ ਆ ਰਿਹਾ। Often when no sign indicates that anything bad is on the way, the mind makes up false imagining। ਆਪਾਂ false imagine ਕਰਦੇ ਹਾਂ, ਹਾਲਾਂਕਿ ਕੁਝ ਆ ਨਹੀਂ ਰਿਹਾ ਹੁੰਦਾ, ਆਪਾਂ ਨੂੰ ਪੈਨਿਕ ਹੋ ਰਹੀ ਹੁੰਦੀ ਹੈ, ਆਪਾਂ ਐਂਗਜ਼ਾਈਟੀ ਕਰ ਰਹੇ ਹੁੰਦੇ ਹਾਂ। Either it takes time to ambiguous utterance and bend towards the worse, or it supposes that someone is more gravely offended than he really is, thinking not how angry he is, but how much he might be able to do in anger। Okay, but if fear goes to its fullest extent, then life is not worth living। There is no end to our misery। ਬਿਲਕੁਲ ਸਹੀ ਗੱਲ ਹੈ। ਅਗਰ ਇਹ ਸਭ ਲੂਪ ਦੇ ਵਿੱਚ ਫਸੇ ਰਹਿੰਦੇ ਆ ਤਾਂ ਆਪਣੀ ਲਾਈਫ ਜਿਹੜੀ ਹੈਗੀ ਉਹ ਵਰਥ ਲਿਵਿੰਗ ਨਹੀਂ ਹੈਗੀ। ਦਿਸ ਇਜ਼ ਨਾਟ ਦ ਲਾਈਫ ਯੂ ਵਾਂਟ ਟੂ ਲਿਵ। ਬਹੁਤ ਲੋਕ ਇਸ ਚੱਕਰ ਦੇ ਵਿੱਚ ਫਸੇ ਰਹਿੰਦੇ ਨੇ, ਮੌਰਗੇਜ, ਧਮਕਾਣ, ਦਿਸ ਐਂਡ ਦੈਟ। ਪਹਿਲਾਂ ਪੰਗਾ ਕਿਉਂ ਲਿਆ ਸੀ? ਪਹਿਲਾਂ ਪੰਗਾ ਤਾਂ ਲਿਆ ਸੀ ਕਿਉਂਕਿ ਡਰਾਇੰਗ ਰੂਮ 'ਚ ਬੈਠ ਕੇ ਸਮੋਸੇ ਸਰਵ ਕਰਦੇ ਟਾਈਮ ਮੈਂ ਚੌੜਾ ਹੋ ਕੇ ਦੱਸੂਗਾ ਕਿ ਬਾਈ ਮੇਰੀ ਇੰਨੀ ਵੱਡੀ ਮੌਰਗੇਜ ਹੈ, ਇੰਨਾ ਵੱਡਾ ਮੇਰਾ ਘਰ ਹੈ, ਮੇਰੇ ਘਰ ਦੀਆਂ ਛੱਤਾਂ ਦੇਖੋ, 12 ਫੁੱਟ ਸੀਲਿੰਗ, 10 ਫੁੱਟ ਸੀਲਿੰਗ, ਹੈ ਨਾ, ਪਤਾ ਨਹੀਂ ਕਿੰਨੇ ਫੁੱਟ ਸੀਲਿੰਗ। ਉਸ ਤੋਂ ਬਾਅਦ ਕੀ ਹੁੰਦਾ, ਬੰਦਾ ਟੈਨਸ਼ਨ ਦੇ ਵਿੱਚ ਰਹਿੰਦਾ ਆ ਜਦੋਂ ਇੰਟਰਸਟ ਰੇਟ ਉੱਪਰ ਥੱਲੇ ਜਾਂਦੇ ਨੇ, ਠੀਕ ਹੈ। ਦਿਸ ਟਾਈਪ ਆਫ ਲਾਈਫ ਇਜ਼ ਨਾਟ ਵਰਥ ਲਿਵਿੰਗ, ਠੀਕ ਹੈ। ਜੇ ਤੁਹਾਨੂੰ ਐਂਗਜ਼ਾਈਟੀ ਨਾਲ ਹੀ ਜੇ ਤੁਸੀਂ ਮਰ ਰਹੇ ਹੋ ਨਾ ਹਰ ਰੋਜ਼, ਉਹਦਾ ਕੋਈ ਫਾਇਦਾ ਨਹੀਂ ਹੈਗਾ। ਦੈਟ ਇਜ਼ ਵਾਈ ਮੈਂ ਖੁਦ ਵੀ ਮੈਂ ਟੈਨਸ਼ਨਾਂ ਲੈ ਕੇ ਰਹਿਣਾ ਰਾਜੀ ਨਹੀਂ ਹੁੰਦਾ ਕਦੇ ਵੀ। ਆਈ ਡੋਂਟ ਲਾਈਕ ਬਿਗ ਲੋਨਸ, ਠੀਕ ਹੈ। ਆਈ ਡੋਂਟ ਲਾਈਕ ਦੈਟ। ਮੈਂ ਜਿਹੜੇ ਲੋਕੀ ਦੇਖੇ ਆ, ਦੇ ਆਰ ਮਿਜ਼ਰੇਬਲ ਮੈਨ। ਦੇ ਆਰ ਡੂਇੰਗ ਦੇਅਰ ਜੋਬਸ ਬਟ ਦੇ ਆਰ ਵਨ ਸਟੈਪ ਅਵੇ ਫਰੋਮ, ਜਿੱਦਾਂ ਕੋਈ ਗਵਾਰਾ ਨਹੀਂ ਹੁੰਦਾ ਵਿੱਚ ਸੂਈ ਮਾਰੋਗੇ ਤੇ ਪਟਾਕਾ ਪੈਣਾ ਹੀ ਪੈਣਾ ਉਹਦਾ, ਠੀਕ ਹੈ। ਆਈ ਡੋਂਟ ਵਾਂਟ ਟੂ ਬੀ ਦੈਟ ਗਾਏ। ਸੋ ਲੈਟਸ ਗੋ ਅਹੈਡ। Make use at one point of foresight, at another let mental toughness burn even in evident danger। If not that, then drive out one fault with another, balance fear with hope। Okay, ਉਹ ਕਹਿੰਦਾ ਕਿ ਤੁਹਾਨੂੰ ਇੱਕ ਸਟਲ ਜਿਹਾ ਬੈਲੈਂਸ ਲੱਭਣਾ ਪੈਣਾ ਫੀਅਰ ਤੇ ਹੋਪ ਦਾ, ਠੀਕ ਹੈ। ਬੈਲੈਂਸ ਫੀਅਰ ਐਂਡ ਹੋਪ। ਯਾਰ ਤੁਸੀਂ ਆਲਵੇਜ਼ ਹੋਪਲੈਸ ਨਹੀਂ ਰਹਿ ਸਕਦੇ, ਤੁਸੀਂ ਨਹੀਂ ਰਹਿ ਸਕਦੇ। ਹੁਣ ਮੈਂ ਇਹਨੂੰ ਸਾਇੰਟੀਫਿਕਲੀ ਪ੍ਰੂਵ ਨਹੀਂ ਕਰ ਸਕਦਾ। ਦੇਰ ਇਜ਼ ਨੋ, ਇਹਦੇ 'ਚ ਕੋਈ ਐਮਪੀਰੀਕਲ ਡਾਟਾ ਨਹੀਂ ਹੈਗਾ, ਬਟ ਦਿਸ ਇਜ਼ ਕਾਮਨ ਸੈਂਸ ਗਾਇਜ਼, ਦਿਸ ਇਜ਼ ਕਾਮਨ ਸੈਂਸ ਵਿਚ ਇਜ਼ ਵੈਰੀ ਅਨਕਾਮਨ ਦੀਜ਼ ਡੇਜ਼। ਟਿਕਟੋਕ, ਇੰਸਟਾਗ੍ਰਾਮ ਨੇ ਆਪਣਾ ਦਿਮਾਗ ਫਰਾਈ ਕੀਤਾ ਹੋਇਆ ਐਂਡ ਵੀ ਆਰ ਹੋਪਲੈਸ। ਮੇਰੀ ਇੱਕ ਨਾ ਵੀਡੀਓ ਦਾ ਟਾਈਟਲ ਵੀ ਹੈਗਾ ਵੀ ਆਰ ਗੈਟਿੰਗ ਹੋਪਲੈਸ, ਠੀਕ ਹੈ। ਆਈ ਥਿੰਕ ਵਧੀਆ ਵੀਡੀਓ ਸੀਗੀ ਉਹ, ਯੂ ਕੈਨ ਵਾਚ ਦੈਟ, ਉਹ ਬਹੁਤ ਘੈਂਟ ਵੀਡੀਓ ਸੀਗੀ। ਪੀਪਲ ਆਰ ਹੋਪਲੈਸ ਮੈਨ, ਦੇ ਆਰ ਬਿਕਮਿੰਗ ਵਿਕਟਮਸ ਮੈਨ। ਆਈ ਹੇਟ ਦੈਟ। ਤੁਸੀਂ ਮੇਰੀਆਂ ਵੀਡੀਓਜ਼ ਪੁਰਾਣੀਆਂ ਵੀ ਚੈੱਕ ਕਰੋਗੇ ਨਾ, ਮੈਨੂੰ ਵਿਕਟਮਾਈਜ਼ ਕਰਨਾ ਮੈਨੂੰ ਬਹੁਤ ਗੰਦਾ ਲੱਗਦਾ, ਜਿਹੜਾ ਬੰਦਾ ਤੁਹਾਨੂੰ ਵਿਚਾਰਾ ਬਣਾ ਰਿਹਾ ਹੁੰਦਾ। ਤੇ ਓਕੇ, ਲੈਟਸ ਗੋ ਅਹੈਡ। ਪੈਨਿਕ ਸਬਸਾਈਡਸ, ਹੋਪ ਡਿਰਾਈਡਸ। ਬਿਲਕੁਲ ਯਾਰ, ਪੈਨਿਕ ਚਲੀ ਜਾਂਦੀ ਹੈ ਤੇ ਹੋਪ ਪਿੱਛੇ ਰਹਿ ਜਾਂਦੀ ਹੈ। ਹੋਪ ਹੈਜ਼ ਟੂ ਬੀ ਦੇਅਰ ਮੈਨ, ਦੇਅਰ ਹੈਜ਼ ਟੂ ਬੀ ਸਮਥਿੰਗ ਇਨ ਲਾਈਫ ਦੈਟ ਯੂ ਵਾਂਟ ਟੂ ਡੂ ਐਕਸੈਪਟ ਪੇਇੰਗ ਮੌਰਗੇਜਿਸ ਐਂਡ ਲਿਸਨਿੰਗ ਟੂ ਬੁਲਸ਼ਿਟ ਅਬਾਊਟ ਪੀਪਲ, ਠੀਕ ਹੈ। फालतू शो देखने बंद करो गाइज। ओके, therefore give careful consideration to hope and fear alike, and whenever the situation remains uncertain, do yourself a favor and give credence to the thing you prefer। If the weight of opinion rests with fear, throw your support the other way। Okay, reflect that the majority of human beings become upset and bothered even when nothing bad is। बिल्कुल, ਕੋਈ ਵੀ ਕੁਛ ਵੀ ਬੈਡ ਨਹੀਂ ਹੋ ਰਿਹਾ ਹੁੰਦਾ ਤਾਂ ਵੀ ਆਪਾਂ ਸਿਰ ਫੜ ਕੇ ਬੈਠਣਾ ਹੀ ਬੈਠਣਾ ਹੈ। ਆਈ ਥਿੰਕ ਯੂ ਕੈਨ ਇਮੈਜਿਨ ਯੋਰ ਸੈਲਫ ਔਰ ਮੇ ਬੀ ਯੋਰ ਫਰੈਂਡ ਜੋ ਕਿ ਬਹੁਤ ਜ਼ਿਆਦਾ ਟੈਨਸ਼ਨ ਲੈਂਦਾ। ਸੋ ਯੂ ਨੋ, 1 second। For no one resists his own movement once begun। No one trims his fear to accord with reality। No one says my informant is of no account, an empty fellow। He either made it up or believed someone who did। We let ourselves be blown by the breeze। ਆਪਾਂ ਆ ਬੜੀ ਸਹੀ ਗੱਲ ਕਹੀ ਹੈ। ਕਹਿੰਦਾ ਕਿ ਆਪਾਂ ਜਿੰਨੇ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ ਆਪਾਂ ਉਹਨਾਂ 'ਤੇ ਬਹੁਤ ਜ਼ਿਆਦਾ ਯਕੀਨ ਕਰ ਲੈਂਦੇ ਹਾਂ। ਉਸ ਤੋਂ ਬਾਅਦ ਉਹਨੇ ਲਿਖਿਆ ਕਿ ਆਪਾਂ ਨਾ ਹਵਾ ਦੇ ਵਿੱਚ ਲਿਫਾਫੇ ਵਾਂਗੂ ਉੜਦੇ ਫਿਰਦੇ ਹਾਂ। ਆਪਾਂ ਨੂੰ ਕੋਈ ਵੀ ਫਾਲਤੂ ਇਨਫੋਰਮੇਸ਼ਨ ਆਉਂਦੀ ਹੈ, ਆਪਾਂ ਉਹਨੂੰ ਸਿੱਧਾ ਦਿਮਾਗ ਦੇ ਵਿੱਚ ਰਜਿਸਟਰ ਕਰਦੇ ਹਾਂ ਐਂਡ ਉਹਨੂੰ ਲੌਕ ਕਰ ਲੈਂਦੇ ਹਾਂ ਐਂਡ ਵੀ ਥਿੰਕ ਕਿ ਰਿਐਲਿਟੀ ਇਹੀ ਹੈ। ਬਹੁਤ ਲੋਕੀ ਗਲਤ ਰਿਐਲਿਟੀ ਚੱਕੇ ਫਿਰਦੇ ਨੇ ਐਂਡ ਦੈਨ ਦੇ ਗਿਵ ਯੂ ਅ ਨੈਰੇਟਿਵ ਐਂਡ ਤੁਸੀਂ ਉਹਨੂੰ ਬਿਲੀਵ ਕਰ ਲੈਂਦੇ ਹੋ। ਨਿਊਜ਼ ਚੈਨਲਸ ਗਾਇਜ਼, ਨਿਊਜ਼ ਚੈਨਲਸ।
alarmed by ambiguities as though they were confirmed facts. Yes, ਐਂਬੀਗੂਅਸ ਜਿਹੜੇ ਚੈਨਲ ਹੁੰਦੇ ਨੇ, ਐਂਬੀਗੂਅਸ ਤੁਹਾਨੂੰ ਨਿਊਜ਼ ਦੱਸਦੇ ਨੇ, ਆਪਾਂ ਉਹਨੂੰ ਕਨਫਰਮਡ ਫੈਕਟ ਦੀ ਤਰ੍ਹਾਂ ਲੈ ਲੈਂਦੇ ਹਾਂ ਅਤੇ ਆਪਾਂ ਆਪਣਾ ਦਿਮਾਗ ਖਰਾਬ ਕਰ ਲੈਂਦੇ ਹਾਂ। ਮੈਨ ਦਿਸ ਇਜ਼ ਟਰੂ, ਮੈਨ ਦਿਸ ਇਜ਼ ਟਰੂ। ਇਹਦੇ 'ਚ ਕੋਈ ਝੂਠ ਨਹੀਂ ਹੈਗਾ ਇਸ ਚੀਜ਼ ਦੇ ਵਿੱਚ, ਇਹ ਬਿਲਕੁਲ ਸੱਚ ਹੈ ਅੱਜ ਦੀ ਡੇਟ 'ਚ ਵੀ। We lose our sense of proportion. The least cause of uneasiness turns right away into fear. Bro, this is real. ਆਪਣੇ ਕੋਲ ਪ੍ਰੋਪੋਰਸ਼ਨ ਹੀ ਹੈ ਨਹੀਂ, ਪ੍ਰੋਪੋਰਸ਼ਨ ਹੈ ਹੀ ਨਹੀਂ ਬਾਈ। ਓਕੇ, ਲੈਟਸ ਗੋ ਬੈਕ। ਮੈਂ ਤੁਹਾਨੂੰ 2 ਵਰਡ ਦੁਬਾਰਾ ਦਿਖਾਉਣਾ। ਕਿੱਥੇ ਗਏ ਕਿੱਥੇ ਗਏ? ਫੀਅਰ ਐਂਡ ਹੋਪ, ਠੀਕ ਹੈ। ਲੋਕੀ ਅੱਜ ਕੱਲ੍ਹ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਦੇ ਹੈਵ ਨੋ ਹੋਪ। ਹੋਪ ਹੈ ਹੀ ਨਹੀਂ ਬੇਸਿਕਲੀ, ਠੀਕ ਹੈ। ਅਤੇ ਜਿਹੜਾ ਫੀਅਰ ਹੈ ਉਹ ਅਨਲਿਮਿਟਿਡ ਹੁੰਦਾ ਜਾ ਰਿਹਾ, ਉਹਦੀ ਕੋਈ ਸੀਮਾ ਹੀ ਹੈ ਨਹੀਂ। there is no way you can control that. There is no way. People are not taught values. they are not taught values ਕਿ ਲਾਈਫ ਦੇ ਵਿੱਚ ਵੈਲਿਊਬਲ ਹੈ ਕੀ ਹੈ। ਹੁਣ ਜਦੋਂ ਤੁਹਾਨੂੰ ਸੋਸਾਇਟੀ ਦੇ ਵਿੱਚ ਇਹੀ ਦੱਸਿਆ ਜਾਊਗਾ ਕਿ ਬੇਟਾ ਕਿਸੇ ਵੀ ਤਰੀਕੇ ਜੌਬ ਲੈ ਲੈ, ਕਿਸੇ ਵੀ ਤਰੀਕੇ ਉਹਨੂੰ ਸਸਟੇਨ ਕਰੀ ਜਾ, ਚਾਹੇ ਚੋਰੀ ਕਰ, ਚਾਹੇ ਰਿਸ਼ਵਤ ਲੈ, ਬਿਲਕੁਲ ਵੀ ਹਾਰਡ ਵਰਕ ਨਾ ਕਰ, ਪਰ ਪੈਸੇ ਲਿਆਈ ਚੱਲ ਉੱਧਰੋਂ, ਇਕਨੋਮਿਕ ਆਊਟਪੁੱਟ ਪਾਈ ਚੱਲ, ਐਂਡ ਦੈਨ ਯੂ ਵਿਲ ਬੀ ਅ ਹੈਪੀ ਗਾਏ, ਠੀਕ ਹੈ। ਇਹ ਸਿਖਾਇਆ ਜਾਂਦਾ ਆਪਾਂ ਨੂੰ। ਇੰਡੀਅਨ ਈਥੋਸ ਇੱਦਾਂ ਦਾ ਆ, ਬਿਲੀਵ ਇਟ ਔਰ ਨੋਟ। ਆਪਾਂ ਨੂੰ ਇਹੀ ਸਿਖਾਇਆ ਗਿਆ ਸੀਗਾ, ਹੁਣ ਵੀ ਇਹੀ ਸਿਖਾਇਆ ਜਾਂਦਾ ਹੋਣਾ। IAS ਬਣ ਜਾਓ बेटा, बाद में कौन पूछता है बेटा एक्साइज वाले कितना पैसा कमाते हैं, बाहर से पैसा आता है, ਜਿਹੜਾ ਉੱਤੋਂ ਪੈਸਾ ਬਣਦਾ, ਠੀਕ ਹੈ। ਐਵਰੀਬਡੀ ਵਾਂਟਸ ਦੈਟ, ਬਿਲੀਵ ਮੀ, ਐਵਰੀਬਡੀ ਵਾਂਟਸ ਦੈਟ, ਐਂਡ ਦੈਟ ਇਜ਼ ਯੋਰ ਵੈਲਿਊ ਸਟਰਕਚਰ, ਠੀਕ ਹੈ। ਦੈਟ ਇਜ਼ ਯੋਰ ਵੈਲਿਊ। ਤੁਹਾਡੀ ਜਿਹੜੀ ਹੋਪ ਹੈ ਉਹ ਆਲਵੇਜ਼ ਖਤਮ ਹੋ ਗਈ ਹੈ, ਅਤੇ ਤੁਹਾਡਾ ਜਿਹੜਾ ਫੀਅਰ ਹੈ ਉਹ ਆਫ ਦਾ ਚਾਰਟਸ ਹੈ ਬੇਸਿਕਲੀ। ਕ੍ਰੇਜ਼ੀ ਮੈਨ, ਦਿਸ ਇਜ਼ ਫਿਲੋਸਫੀ, ਦਿਸ ਇਜ਼ ਫਿਲੋਸਫੀ। ਐਂਡ ਤਾਂ ਹੀ ਲੋਕਾਂ ਨੂੰ ਫਿਲੋਸਫੀ ਨਹੀਂ ਸਮਝ ਆਉਂਦੀ, ਐਂਡ ਦੇ ਡੋਂਟ ਈਵਨ ਵਾਂਟ ਟੂ ਲੁੱਕ ਐਟ ਇਟ, ਬਿਕਾਜ਼ ਐਵਰੀਬਡੀ ਇਜ਼ ਲਾਈਕ ਬਿਜ਼ੀ ਆਪਣੇ ਮਾਈਂਡ ਨੂੰ ਸ਼ਟ ਆਫ ਕਰਕੇ ਇੱਕ ਬਸ ਮਸ਼ੀਨ ਦੇ ਵਿੱਚ ਲੱਗੇ ਹੋਏ ਆ, ਜਸਟ ਵਰਕਿੰਗ ਇਨ ਅ ਮਸ਼ੀਨ। ਆਈ ਐਮ ਨੋਟ ਅਗੇਂਸਟ ਇਕਨੋਮਿਕਸ, ਮੈਂ ਪੈਸਿਆਂ ਦੇ ਅਗੇਂਸਟ ਨਹੀਂ ਹੈਗਾ, ਬਟ ਮਾਈਂਡਲੈਸ ਮਸ਼ੀਨ ਵਰਕਿੰਗ ਬਹੁਤ ਬੈਡ ਹੈ। ਮਕੈਨੀਕਲ ਲਾਈਫ ਬਹੁਤ ਬੈਡ ਹੁੰਦੀ ਹੈ। ਯੂ ਵੇਕ ਅਪ, ਯੂ ਗੋ ਟੂ ਵਰਕ, ਯੂ ਕਮ ਬੈਕ, ਯੂ ਸਲੀਪ। ਦੈਟ ਇਜ਼, ਤੁਸੀਂ ਆਪਣੀ ਡੈਥ ਲਈ ਵਰਕ ਕਰ ਰਹੇ ਹੋ ਬੇਸਿਕਲੀ, ਦੈਟ ਕਾਈਂਡ ਆਫ ਲਾਈਫ, ਠੀਕ ਹੈ। ਆਈ ਡੋਂਟ ਲਾਈਕ ਦੈਟ। I am ashamed to speak this way to you, coddling you with remedies so gentle. Okay, ਉਹ ਕਹਿੰਦਾ ਵੀ ਯਾਰ ਮੈਨੂੰ ਸ਼ਰਮ ਆ ਰਹੀ ਹੈ ਵੀ ਮੈਂ ਤੈਨੂੰ ਕਿੰਨੇ ਕੱਚੇ ਪਿੱਲੇ ਜੇ ਥਾਟਸ ਦੱਸ ਰਿਹਾ, ਵੀ ਕਿੰਨੇ ਕੱਚੇ ਪਿੱਲੇ ਜੇ ਟੋਟਕੇ ਦੱਸ ਰਿਹਾ। ਉਹਨੂੰ ਐਂ ਲੱਗ ਰਿਹਾ ਵੀ ਇਹ ਕੱਚੇ ਪਿੱਲੇ ਟੋਟਕੇ ਆ। ਸਾਡੇ ਲਈ, ਮੇਰੇ ਲਈ ਤਾਂ ਯਾਰ ਬਹੁਤ ਇੰਪੋਰਟੈਂਟ ਗੱਲਾਂ ਨੇ ਵੈਸੇ, ਬਟ ਹੀ ਇਜ਼ ਕਾਈਂਡ ਆਫ ਰਾਈਟ, ਬਿਕਾਜ਼ ਉਹ ਐਂਪੀਰੀਕਲ ਕੋਈ ਡਾਟਾ ਨਹੀਂ ਦੇ ਰਿਹਾ, ਬਹੁਤ ਜ਼ਿਆਦਾ ਰੈਸ਼ਨਲ ਥਾਟ ਨਹੀਂ ਹੈਗਾ। ਉਹ ਸਿਰਫ ਆਪਦੇ ਦੋਸਤ ਦੇ ਮਾਈਂਡ 'ਚੋਂ ਨੈਗੇਟਿਵਿਟੀ ਨੂੰ ਬਾਹਰ ਕੱਢ ਰਿਹਾ। ਔਰ ਮੇ ਬੀ ਉਹ ਬੰਦਾ ਸੈਨਿਕਾ ਜਿਹੜਾ ਕਾਲਾ ਪਾਣੀ 'ਚ ਬੈਠਾ ਹੈ, ਮੇ ਬੀ ਉਹ ਆਪਣੇ ਮਾਈਂਡ 'ਚੋਂ ਵੀ ਨੈਗੇਟਿਵਿਟੀ ਨੂੰ ਬਾਹਰ ਕੱਢਣਾ ਚਾਹੁੰਦਾ ਹੈ। ਹੀ ਇਜ਼ ਵਾਈਕੈਰੀਅਸਲੀ ਉਹ ਆਪਣੇ ਫਰੈਂਡ ਨੂੰ ਲੈਟਰ ਲਿਖ ਕੇ ਆਪਦੇ ਦਿਮਾਗ 'ਚੋਂ ਵੀ ਉਹ ਜਿਹੜੇ ਮਾੜੇ ਖਿਆਲ ਹੁੰਦੇ ਨੇ ਉਹਨਾਂ ਨੂੰ ਕੱਢਣਾ ਚਾਹੁੰਦਾ ਹੈ। ਮੇ ਬੀ ਉਹ ਹੋਪਲੈਸ ਹੋ ਸਕਦਾ, ਐਂਡ ਹੀ ਇਜ਼ ਰਾਈਟਿੰਗ ਹੋਪ ਟੂ ਹਿਜ਼ ਫਰੈਂਡ, ਐਂਡ ਹੋਪਫੁਲੀ ਦੈਟ ਰਿਫਲੈਕਟਸ ਬੈਕ ਟੂ ਹਿਮ, ਠੀਕ ਹੈ। ਫਿਲੋਸਫੀ, ਰਾਈਟ। ਸੋ ਹਿਊਮਨ ਸਾਈਕੀ ਹੈ ਯਾਰ, ਹਿਊਮਨ ਸਾਈਕੀ ਆ। ਆਪਾਂ ਇੱਦਾਂ ਹੀ ਲਰਨ ਕਰਦੇ ਹਾਂ, ਆਪਾਂ ਇੱਦਾਂ ਹੀ ਸਿੱਖਦੇ ਹਾਂ ਚੀਜ਼ਾਂ ਨੂੰ। ਇਕੱਲੇ ਬੈਠੇ ਬੈਠੇ ਬੰਦਾ ਬਹੁਤ ਕੁਝ ਸੋਚਦਾ ਹੈ, ਬਟ ਜਦੋਂ ਤੁਸੀਂ ਰਾਈਟ ਕਰ ਲੈਂਦੇ ਹੋ, ਥਿੰਗਸ ਸਟਾਰਟ ਟੂ ਚੇਂਜ। ਆਪਾਂ ਉਹਦੇ ਉੱਤੇ ਐਕਟ ਕਰਨ ਲੱਗ ਜਾਂਦੇ ਹਾਂ। ਅਨਦਰ ਮੇ ਸੇ ਪਰਹੈਪਸ ਇਟ ਵੋਂਟ ਕਮ ਫॉर योर सेल्फ से if it comes, so what? We will see which of us wins. Okay, perhaps it is in my own interest for it to come, and such a death will bring honor. Okay, ਕਹਿੰਦਾ ਵੀ ਯਾਰ ਦੇਖ, ਜੇ ਤਾਂ ਮੇਰੇ ਉੱਤੇ ਟ੍ਰੈਜਡੀ ਆ ਵੀ ਗਈ ਨਾ, ਕਹਿੰਦਾ ਫਿਰ ਵੀ ਆਪਾਂ ਦੇਖ ਹੀ ਲਾਂਗੇ, ਫਿਰ ਵੀ ਕਿੱਡਾ ਕੁ ਕੁਛ ਹੋ ਜਾਊਗਾ। ਅਤੇ ਕਹਿੰਦਾ ਜੇ ਕਿੱਦਾਂ ਕਿ ਹੀ ਕੁਛ ਹੋ ਜਾਊਗਾ, ਤਾਂ ਕਹਿੰਦਾ ਜਿਹੜੀ ਉਹ ਡੈਥ ਹੋਊਗੀ ਨਾ, ਜੇ ਮੈਂ ਉਸ ਚੀਜ਼ ਦੇ ਵਿੱਚ ਮਰ ਗਿਆ, ਉਸ ਟ੍ਰੈਜਡੀ ਦੇ ਵਿੱਚ, ਤਾਂ ਉਹ ਔਨਰੇਬਲ ਡੈਥ ਹੋਊਗੀ। ਉਹ ਡੈਥ ਬਹੁਤ ਹੀ ਗ੍ਰੇਟ ਹੋਊਗੀ, ਬਿਕੋਜ਼ ਮੈਂ ਬਿਨਾਂ ਫੀਅਰ ਤੋਂ ਮਰਿਆ। ਆਪਣੇ ਸਿੱਖੀ ਦੇ ਵਿੱਚ, ਹਿੰਦੂਇਜ਼ਮ ਦੇ ਵਿੱਚ, ਠੀਕ ਹੈ, ਜੀਸਸ ਕ੍ਰਾਈਸਟ ਜਿਹਨੇ ਸੈਕਰੀਫਾਈਸ ਕੀਤਾ, ਇਹਨਾਂ ਲੋਕਾਂ ਨੇ ਬਹੁਤੀ ਹੱਸ ਕੇ ਜਾਨਾਂ ਦੇਤੀਆਂ, ਬਹੁਤੀ ਹੱਸ ਕੇ ਆਪਣਾ ਸੈਕਰੀਫਾਈਸ ਕਰਤਾ। ਸੈਨਿਕਾ ਨੇ ਵੀ ਇੱਦਾਂ ਹੀ ਆਪਣੀ ਜਾਨ ਦਿੱਤੀ ਸੀਗੀ ਇਨ ਰਿਐਲਿਟੀ, ਠੀਕ ਹੈ। ਉਹਨੇ ਇੱਦਾਂ ਹੀ ਜਾਨ ਦਿੱਤੀ ਸੀਗੀ। ਉਹਨੇ ਆਪਦੀਆਂ ਨਸਾਂ ਨੂਸਾਂ ਵੱਢ ਲਈਆਂ ਸੀਗੀਆਂ, ਜੋ ਕਿ ਕਿੰਗ ਦਾ ਆਰਡਰ ਸੀਗਾ, ਐਂਡ ਬਹੁਤ ਹੈਪੀਲੀ ਇਹ ਮਰ ਗਿਆ ਸੀਗਾ। ਸੋ ਔਨਰੇਬਲ ਡੈਥ ਮੈਨ, ਹੂ ਡਜ਼ਨਟ ਵਾਂਟ ਦੈਟ। ਨਹੀਂ ਤਾਂ ਲੋਕ ਕਾਵਰਡਲੀ ਤਰੀਕੇ ਨਾਲ ਮਰਦੇ ਆ, ਸ਼ਰਾਬ ਪੀ ਕੇ ਗਿਰ ਗਿਆ, ਸ਼ਰਾਬ ਪੀ ਕੇ ਮਰ ਗਿਆ। ਬਹੁਤ ਮਾੜੇ ਤਰੀਕੇ ਨਾਲ ਵੀ ਲੋਕ ਮਰਦੇ ਨੇ, ਐਂਡ ਉਸ ਤੋਂ ਮਾੜੇ ਤਰੀਕੇ ਨਾਲ ਪਤਾ ਕੀ ਹੁੰਦਾ, ਕਿਹੜੇ ਤਰੀਕੇ ਨਾਲ ਮਰਦੇ ਨੇ? ਪੀਪਲ ਵਰਕ ਦੇਅਰ ਹੋਲ ਲਾਈਵਸ,
ਠੀਕ ਹੈ, ਜਸਟ ਟੂ ਸਸਟੇਨ ਅ ਫੈਮਿਲੀ। ਐਂਡ ਆਫਟਰ ਦੈਟ ਨਾ ਉਹਨਾਂ ਦੀ ਫੈਮਿਲੀ ਉਹਨੂੰ ਪੁੱਛਦੀ ਹੈ, ਨਾ ਹੀ ਉਹਨਾਂ ਦੇ ਬੱਚੇ ਉਹਨੂੰ ਪੁੱਛਦੇ ਨੇ, ਉਹਦੀ ਵਾਈਫ ਉਹਨੂੰ ਹੇਟ ਕਰਦੀ ਹੈ, ਐਂਡ ਦੈਟਸ ਹਾਊ ਦ ਗਾਈ ਡਾਈਜ਼। ਠੀਕ ਹੈ, ਦੈਟ ਇਜ਼ ਦ ਵਰਸਟ ਕਾਈਂਡ ਆਫ ਡੈਥ ਯੂ ਕੈਨ ਗੈਟ, ਜੋ ਮੈਨੂੰ ਲੱਗਦਾ ਆ। ਬਿਕੋਜ਼ ਉਸ ਬੰਦੇ ਨੇ ਸਿਰਫ ਇਕਨੋਮਿਕ ਆਊਟਪੁੱਟ ਆਪਣੀ ਕਾਰਪੋਰੇਸ਼ਨ ਨੂੰ ਦਿੱਤੀ ਹੈ, ਉਸ ਕੰਪਨੀ ਨੂੰ ਦਿੱਤੀ ਹੈ, ਉਹਨੇ ਆਪਣਾ ਕੁਛ ਨਹੀਂ ਕ੍ਰੀਏਟ ਕੀਤਾ, ਉਹਨੇ ਆਪਣੀ ਕੋਈ ਕ੍ਰੀਏਟੀਵਿਟੀ ਕਿਸੇ ਪਾਸੇ ਨਹੀਂ ਲਾਈ ਹੁੰਦੀ। ਐਂਡ ਅ ਲੋਟ ਆਫ ਪੀਪਲ ਜਿਹੜੇ ਹੈਗੇ ਆ ਉਹ ਬਿਟਰ ਹੋ ਜਾਂਦੇ ਆ, ਮਿਜ਼ਰੇਬਲ ਹੋ ਜਾਂਦੇ ਆ। ਸੋ ਇਹ ਮੇਰਾ ਮੰਨਣਾ ਆ, ਔਰ ਇਹ ਹੁੰਦਾ ਆ। ਸੋ ਇਹਨੂੰ ਆਪਾਂ ਬਾਅਦ 'ਚ ਗੱਲ ਕਰਾਂਗੇ ਇਸ ਚੀਜ਼ ਬਾਰੇ। ਆਮ ਗੈਟਿੰਗ ਡਾਰਕ ਹੇਅਰ। ਓਕੇ ਯਾ, ਸੈਨਿਕਾ ਨੇ ਸੋਕਰੇਟਸ ਦੀ ਗੱਲ ਕੀਤੀ ਹੈ। ਸੋਕਰੇਟਸ ਨੇ ਵੀ ਜ਼ਹਿਰ ਪੀ ਲਿਆ ਸੀਗਾ, ਕਿਉਂਕਿ ਉਹਨੂੰ ਆਰਡਰ ਦਿੱਤਾ ਗਿਆ ਸੀਗਾ ਵੀ ਤੂੰ ਜ਼ਹਿਰ ਪੀਣਾ ਆ, ਅਤੇ ਸੋਕਰੇਟਸ ਨੇ ਹੱਸ ਕੇ ਆਪਦਾ ਆਰਡਰ ਮੰਨ ਲਿਆ ਸੀਗਾ। ਰੈਸਟ ਫਰੋਮ ਕੇਟੋ ਹਿਜ਼ ਸਵੋਰਡ। ਓਕੇ, ਕੇਟੋ ਵੀ ਮੇਰੇ ਖਿਆਲ ਇੱਦਾਂ ਹੀ ਮਰਿਆ ਸੀਗਾ, ਸਵੋਰਡ ਨਾਲ ਮਰਿਆ ਸੀਗਾ, ਤਲਵਾਰ ਤਲਵੂਰ ਕਿਸੇ ਨੇ ਮਾਰੀ ਹੋਣੀ, ਮੈਨੂੰ ਇਹਦੀ ਸਟੋਰੀ ਨਹੀਂ ਪਤਾ ਕੇਟੋ ਦੀ ਇੰਨੀ। His guarantor of liberty, and you take away the greater part of glory. But I am urging you too much when you need it is more reminding than urging. We are not pulling you in a different direction from your own nature. You were born to our doctrines. All the more than augment your own good, embellish it. Okay. I'm just trying to understand ਵੀ ਉਹ ਕਿਹੜਾ ਕੰਟੈਕਸਟ ਦੇ ਵਿੱਚ ਗੱਲ ਕਹਿ ਰਿਹਾ। But I am urging you to too much when what you need is more reminding. Okay, I think ਮੈਨੂੰ ਸਮਝ ਆ ਗਿਆ, ਬਟ somehow ਉਹ ਸੇਮ ਹੀ ਗੱਲ ਕਹਿ ਰਿਹਾ, ਮੈਨੂੰ ਹੁਣ ਐਕਸਪਲੇਨ ਨਹੀਂ ਕਰਨਾ ਆ ਰਿਹਾ, ਮੈਨੂੰ ਸਮਝ ਆ ਗਿਆ ਉਹ ਕੀ ਗੱਲ ਕਹਿ ਰਿਹਾ ਵੀ ਯੂ ਵਰ ਬੋਰਨ ਟੂ ਆਰ ਡਾਕਟਰਿਨਸ ਦਿਸ ਐਂਡ ਦੈਟ, ਤੇ augment your own good, embellish it। ਉਹ ਕਹਿੰਦਾ ਆਪਦੇ ਅੰਦਰ ਜਿਹੜਾ ਗੁੱਡ ਹੈਗਾ ਉਹਨੂੰ ਪਛਾਣ, ਹੋਪਲੈਸ ਨਾ ਬਣ। ਬੇਸਿਕਲੀ ਉਹਦਾ ਸਟਲ ਵੇ ਦੇ ਵਿੱਚ ਮੀਨਿੰਗ ਇਹੀ ਹੈ। My letter will now be at end if I put the seal onto it, that if I entrust with the grand saying to convey to you. This too is one of the evils of foolishness. It is always beginning to live. Okay, star ਪਾਇਆ। Where's the star? Damn it, ਮੈਨੂੰ ਲੱਗਦਾ ਇਹਦੇ ਉਹ ਹੋਣਗੇ, ਇਹਦੇ ਪਿੱਛੇ ਇਹਦੀ ਕੋਈ ਬਿਬਲੀਓਗ੍ਰਾਫੀ ਹੋਊਗੀ, ਐਂਡ ਆਈ ਡੋਂਟ ਵਾਂਟ ਟੂ ਗੋ ਦੇਅਰ ਬਿਕੋਜ਼ ਆਪਣਾ ਪੇਜ ਗਵਾਚ ਜਾਣਾ। ਲੈਟਸ ਟਰਾਈ ਟੂ ਅੰਡਰਸਟੈਂਡ। This too is one of the evils of foolishness. ਉਹਦੇ ਕਹਿਣ ਦਾ ਮਤਲਬ ਹੈ, ਜੋ ਇਹ ਮੈਂ ਤੁਹਾਨੂੰ ਸਾਰਾ ਐਕਸਪਲੇਨ ਕੀਤਾ, ਪੂਰੀ ਰਾਮ ਕਹਾਣੀ, ਇਹ ਜਿਹੜਾ ਇਹ ਫੂਲਿਸ਼ਨੈਸ ਹੈ ਬੇਸਿਕਲੀ, ਐਕਸਟ੍ਰੀਮ ਥਿੰਕਿੰਗ, ਐਕਸਟ੍ਰੀਮ ਟ੍ਰੈਜਡੀ ਸੋਚਣਾ ਤੇ ਐਕਸਟ੍ਰੀਮ ਹੈਪੀਨੈਸ 'ਚ ਜਾਣਾ। ਠੀਕ ਹੈ, ਇਟ ਇਜ਼ ਫੂਲਿਸ਼ਨੈਸ ਆਫ ਆਰ ਮਾਈਂਡ। ਇਟ ਇਜ਼ ਆਲਵੇਜ਼ ਬਿਗਿਨਿੰਗ ਟੂ ਲਿਵ। ਆਈ ਡੋਂਟ ਨੋ ਇਹ ਕਿਹੜੇ ਕੰਟੈਕਸਟ 'ਚ ਗੱਲ ਕੀਤੀ ਹੈ। Maybe I'll find out, maybe not, but we'll come back, maybe we'll not, because I have to find this thing. So let's ਅੱਗੇ ਚੱਲਦੇ ਹਾਂ। Most excellent Lucilius, ponder the meaning of this saying, and you will understand how disgusting it is that people are so fickle, every day laying new foundations for life, starting on new projects even in the hour of death. Let me go back. Even day laying new foundations for life, starting on new projects even in hour of death. Okay, cast your mind about to individual cases. You will think of old men who are preparing themselves more than ever before for a career, for travel, or damn it man, damn it, this guy is saying ke ਤੁਸੀਂ ਇੰਨੇ ਬਜ਼ੁਰਗ ਲੋਕ, ਨਾਟ ਬਜ਼ੁਰਗ ਵੱਡੀ ਉਮਰ ਦੇ ਲੋਕ, 50 ਸਾਲ ਦੇ, 45 ਸਾਲ ਦੇ ਲੋਕ, ਉਹ ਉਸ ਟਾਈਮ ਜਾ ਕੇ ਟਰੈਵਲ ਪਲਾਨ ਕਰ ਰਹੇ ਹੁੰਦੇ ਨੇ, ਕਰੀਅਰ ਨੂੰ ਪਲਾਨ ਕਰ ਰਹੇ ਹੁੰਦੇ ਨੇ, ਹਾਊ ਟੂ ਲਿਵ ਪਲਾਨ ਕਰ ਰਹੇ ਹੁੰਦੇ ਨੇ, ਬਿਕੋਜ਼ ਆਈ ਥਿੰਕ ਹੀ ਇਜ਼ ਟਾਕਿੰਗ ਅਬਾਊਟ ਅ ਮਿਡ ਲਾਈਫ ਕ੍ਰਾਈਸਿਸ ਪ੍ਰੋਬੇਬਲੀ, ਯੂ ਨੋ। ਉਹ ਕਹਿੰਦਾ ਕਿ ਉਹਨਾਂ ਨੂੰ ਉਦੋਂ ਸੁਰਤ ਆਉਂਦੀ ਹੈ ਇਹਨਾਂ ਚੀਜ਼ਾਂ ਦੀ, ਜਦੋਂ ਉਹ ਸਾਰੀ ਉਮਰ ਟੈਨਸ਼ਨਾਂ 'ਚ ਕੱਢ ਕੇ ਉਹਨਾਂ ਨੂੰ ਉਦੋਂ ਰਿਅਲਾਈਜ਼ ਹੁੰਦਾ ਕਿ ਹਾਂ ਯਾਰ ਲਾਈਫ ਮੱਚ ਮੋਰ ਹੈ, ਇਹਨਾਂ ਚੀਜ਼ਾਂ ਤੋਂ ਉੱਪਰ ਹੈ, ਉਹਨਾਂ ਨੂੰ ਉਦੋਂ ਰਿਅਲਾਈਜ਼ ਹੁੰਦਾ। ਐਂਡ ਉਹਨੇ ਲਾਸਟ ਲਾਈਨ ਜੋ ਲਿਖੀ ਆ ਨਾ, ਮੈਨੂੰ ਹੁਣੇ ਦਿਖ ਰਹੀ ਹੈ, what is more shameful than an old man making a beginning of life, man? Fuck, I see these kind of people all day on my feed, on my TikTok, on my Instagram. Old fucking guys, they find the meaning of life at 55, 60 man, ਠੀਕ ਹੈ। ਉਦੋਂ ਉਹਨਾਂ ਨੂੰ ਲੱਗਦਾ ਕਿ ਹਾਂ ਯਾਰ ਮੈਨੂੰ ਕੁਝ ਕਰਨਾ ਚਾਹੀਦਾ ਸੀਗਾ, ਮੈਨੂੰ ਆ ਬਣਨਾ ਚਾਹੀਦਾ ਸੀ, ਮੈਨੂੰ ਉਹ ਕਰਨਾ ਚਾਹੀਦਾ ਸੀ। ਪੂਰੀ ਲਾਈਫ ਕਿੱਥੇ ਸੀ ਤੁਹਾਡੀ? ਐਂਡ ਇਹ ਆਪਣੇ ਲਈ ਵੀ ਇੱਕ ਕੌਸ਼ੀਅਸ ਚੀਜ਼ ਹੈ ਕਿ ਬਾਈ ਯਾਰ ਡੋਂਟ ਗੈਟ ਓਲਡ
ਵਿਦਾਊਟ ਈਵਨ ਹੈਵਿੰਗ ਥਾਟਸ, ਵਿਦਾਊਟ ਈਵਨ ਹੈਵਿੰਗ ਐਨ ਇੰਡੀਵਿਜੂਅਲ ਨੇਚਰ। ਠੀਕ ਹੈ, ਆਪਣੀ ਇੱਕ ਇੰਡੀਵਿਜੂਅਲ ਨੇਚਰ ਨੂੰ ਬਣਾਓ ਬਾਈ, ਘਟੀਆ ਕੰਟੈਂਟ ਨਾ ਦੇਖੋ। ਮੈਂ ਬਹੁਤ ਸਾਰੀਆਂ ਵੀਡੀਓਜ਼ ਇਸ 'ਤੇ ਪਾਈਆਂ ਹੋਈਆਂ, ਮੈਂ ਇਹਦੇ 'ਚ ਵੀ ਟੈਗ ਕਰ ਦੂੰਗਾ। ਘਟੀਆ ਕੰਟੈਂਟ ਤੋਂ ਦੂਰ ਹੋ ਜਾਓ। ਇਹ ਜਿਹੜੀ ਐਦਾਂ ਦੀ ਹੈਗੀ ਆ ਨਾ ਜਨਰੇਸ਼ਨ ਇੰਟਰਨੈਟ ਵਾਲੀ, ਆਪਣੀ ਜਨਰੇਸ਼ਨ, ਇਟਸ ਗੋਨਾ ਬੀ ਅ ਸੈਡ ਜਨਰੇਸ਼ਨ ਮੈਨ, ਸੀਰੀਅਸਲੀ। I can see that. I would not give the author of this saying if it were not one of the less well known uncirculating sayings of Epicurus, which I have allowed myself both to praise and to adopt. I think ਉਹ Epicurus ਦੀ ਨਾ ਅੱਗੇ ਗੱਲ ਕਰਦਾ ਹੁੰਦਾ, ਉਹਨੂੰ ਮੰਨਦਾ ਆ। ਮੈਨੂੰ ਇੰਨਾ ਜ਼ਿਆਦਾ Epicurus ਬਾਰੇ ਨਹੀਂ ਪਤਾ, ਮੈਂ ਪੜ੍ਹਿਆ ਨਹੀਂ ਹੈਗਾ, ਬਟ Epicurus ਤੋਂ ਕਾਫੀ ਇੰਸਪਾਇਰਡ ਆ ਉਹ ਬੰਦਾ। ਉਹ ਵੈਸੇ ਹੀ ਉਹਦੀ ਗੱਲ ਦੱਸ ਰਿਹਾ ਕਿ ਮਤਲਬ ਮੈਂ Epicurus ਤੋਂ ਸਿੱਖਦਾ ਬਹੁਤ ਹਾਂ, ਸੈਨੇਕਾ ਇੱਦਾਂ ਕਹਿ ਰਿਹਾ। ਸੋ ਐਂਡ ਦੇ ਵਿੱਚ ਉਹਨੇ ਲਿਖਿਆ ਹੈਗਾ ਫੇਅਰਵੈਲ, ਆਪਣੀ ਲੈਟਰ ਹੋ ਗਈ ਸਮਾਪਤ। ਇਹ ਸੀਗਾ ਸੈਨੇਕਾ ਦੀ ਲੈਟਰ, ਠੀਕ ਹੈ, ਔਨ ਐਂਗਜ਼ਾਈਟੀ ਬੇਸਿਕਲੀ। ਮੈਨ, ਦਿਸ ਇਜ਼ ਸਾਈਕੋਲੋਜੀ, ਦਿਸ ਇਜ਼ ਫਿਲੋਸਫੀ ਬੋਥ। ਇਹ ਤੁਹਾਡੀ ਥੈਰੇਪੀ ਹੋ ਰਹੀ ਹੈ ਇੱਥੇ, ਠੀਕ ਹੈ। ਦਿਸ ਇਜ਼ ਰੀਅਲ ਸਟਫ ਮੈਨ, ਠੀਕ ਹੈ। ਆ ਜਿਹੜੀਆਂ ਲਾਸਟ ਲਾਈਨਾਂ ਨੇ ਨਾ, ਮੈਨੂੰ ਯਾਰ ਬਹੁਤ ਵਧੀਆ ਲੱਗੀਆਂ। ਵਾਟ ਇਜ਼ ਮੋਰ ਸ਼ੇਮਫੁਲ ਦੈਨ ਐਨ ਓਲਡ ਮੈਨ ਮੇਕਿੰਗ ਅ ਨਿਊ ਬਿਗਿਨਿੰਗ ਔਨ ਲਾਈਫ। ਯੂ ਸ਼ੁਡ ਨਾਟ ਬੀ ਲਾਈਕ ਗਰੋਨ ਅਪ ਮੈਨ ਚਾਈਲਡ। ਜਾਰਡਨ ਪੀਟਰਸਨ ਦਾ ਆਈਡੀਆ ਹੈ ਇਹ, ਵੈਸੇ ਬਹੁਤ ਪੁਰਾਣਾ ਆਈਡੀਆ, ਬਟ ਇਹ ਜਾਰਡਨ ਪੀਟਰਸਨ ਨੇ ਕਾਫੀ ਉਹਨੂੰ ਫੇਮਸ ਕੀਤਾ ਆ। ਮੈਨ ਚਾਈਲਡ ਨਹੀਂ ਬਣਨਾ ਬਾਈ, ਗਰੋ ਅਪ ਹੋਣਾ ਪੈਣਾ ਆਪਾਂ ਨੂੰ। ਵੀ ਆਰ ਨੋਟ ਲਾਈਕ ਕਿਡਸ ਐਨੀ ਮੋਰ, ਦੇਰ ਆਰ ਮੈਨੀ ਕਿਡਸ। ਤੁਸੀਂ ਦੇਖੋਗੇ 35 ਸਾਲ ਦੇ ਬੰਦੇ ਜਵਾਕ ਨੇ, ਬਿਲਕੁਲ ਜਵਾਕ ਨੇ, ਉਹਨਾਂ ਦੀ ਥਿੰਕਿੰਗ ਜਵਾਕਾਂ ਵਰਗੀ ਹੈ, ਗੱਲ ਕਰਦੇ ਆ ਪਤਾ ਲੱਗ ਜਾਂਦਾ। ਸੋ ਇਸ ਚੀਜ਼ ਬਾਰੇ ਆਪਾਂ ਫਿਰ ਗੱਲਬਾਤ ਕਰਾਂਗੇ, ਬਟ ਦਿਸ ਇਜ਼ ਆਰ ਫਿਲੋਸਫੀ, ਦਿਸ ਇਜ਼ ਸੈਨੇਕਾ। ਇੱਦਾਂ ਦਾ ਕੰਟੈਂਟ ਹੋਰ ਵੀ ਆਊਗਾ ਅਤੇ ਮਜ਼ਾ ਆਉਣ ਵਾਲਾ ਹੈ। ਦਿਸ ਇਜ਼, ਆਪਾਂ ਇਹਦੇ 'ਚ ਥਿੰਕਿੰਗ ਡਿਵੈਲਪ ਕਰਾਂਗੇ, ਅਤੇ ਇਹ ਸਟਲ ਚੀਜ਼ਾਂ ਨੇ। ਡੋਂਟ ਮੇਕ ਐਨੀ ਲਿਸਟ ਐਂਡ ਆਲ ਦੈਟ। ਕੋਈ ਕਿਸੇ ਪੇਪਰ 'ਤੇ ਲਿਖਣ ਦੀ ਲੋੜ ਨਹੀਂ, ਪਹਿਲਾਂ ਇਹਨੂੰ ਸਮਝੋ ਵੀ ਇਹ ਹੈ ਕੀ ਹੈ, ਠੀਕ ਹੈ। ਤੁਹਾਨੂੰ ਰੀਡਿੰਗ ਦੀ ਆਦਤ ਵੀ ਪੈ ਜਾਊਗੀ ਅਤੇ ਮਜ਼ਾ ਵੀ ਪੂਰਾ ਆਊਗਾ। ਸੋ ਨੈਕਸਟ ਵੀਡੀਓ 'ਚ ਮਿਲਦੇ ਹਾਂ ਗਾਇਜ਼, ਓਕੇ।